ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਦੀਆਂ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਤੇ ਵੋਟਾਂ ਪੈਣ ਤੋਂ ਬਾਅਦ ਵੱਖ-ਵੱਖ ਰਾਜਸੀ ਪਾਰਟੀਆਂ, ਵੱਖ-ਵੱਖ ਉਮੀਦਵਾਰ ਆਪੋ ਆਪਣੀਆਂ ਗਿਣਤੀਆਂ ਮਿਣਤੀਆਂ 'ਚ ਲੱਗੇ ਹੋਏ ਆ ਕਿ ਵੋਟਰਾਂ ਨੇ ਕੀ ਫੈਸਲਾ ਸੁਣਾਇਆ। ਉਂਝ ਤਾਂ ਸਾਰੇ ਹਕੀਕਤ ਦਾ ਪਤਾ 10 ਮਾਰਚ ਨੂੰ ਹੀ ਲੱਗੇਗਾ, ਪਰ ਉਸ ਤੋਂ ਪਹਿਲਾਂ ਹਰੇਕ ਨੂੰ ਆਪੋ ਆਪਣੀ ਚਿੰਤਾ ਸਤਾ ਰਹੀ ਹੈ। ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਕੱਲ ਕਾਂਗਰਸ ਦੇ ਜਿਹੜੇ ਆਗੂ ਸੀਗੇ ਪੰਜਾਬ ਦੇ, ਖਾਸ ਕਰਕੇ ਉੱਚ ਆਗੂ, ਉਹਨਾਂ ਨੇ ਇਕੱਠੇ ਹੋ ਕੇ ਆਪਣੀ ਇੱਕ ਮੀਟਿੰਗ ਵੀ ਕੀਤੀ। ਮੀਟਿੰਗ ਦੇ ਵਿੱਚ ਉਹਨਾਂ ਜਾਇਜ਼ਾ ਵੀ ਜ਼ਰੂਰ ਲਿਆ ਹੋਏਗਾ, ਪਰ ਉਸ ਮੀਟਿੰਗ ਦੇ ਵਿੱਚ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੈ ਨਵਜੋਤ ਸਿੰਘ ਸਿੱਧੂ ਹੋਣੀ, ਉਹ ਗੈਰ ਹਾਜ਼ਰ ਰਹੇ। ਦੂਸਰਾ ਕਿ ਉੱਥੇ ਜਿਹੜਾ ਮਤਦਾਨ ਹੈ ਉਹ ਜਿਹੜਾ ਪਿਛਲੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 77.40% ਸੀਗਾ, ਉਹ ਇਸ ਵਾਰ ਘਟ ਕੇ 71.95% ਤੇ ਆ ਗਿਆ। ਇੰਨਾ ਮਤਦਾਨ ਘੱਟ ਕਿਉਂ ਹੋਇਆ, ਇਸ ਦੇ ਕੀ ਅਰਥ ਲਏ ਜਾਣ, ਇਸ ਦਾ ਕਿਸ ਨੂੰ ਫਾਇਦਾ ਹੋਏਗਾ, ਕਿਸ ਨੂੰ ਨੁਕਸਾਨ ਹੋਏਗਾ, ਇਹ ਸਾਰੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਇਹ ਸਪਸ਼ਟ ਤੌਰ ਤੇ ਤਾਂ 10 ਮਾਰਚ ਨੂੰ ਸਾਹਮਣੇ ਆਉਣਗੀਆਂ, ਪਰ ਅਸੀਂ ਜਿਹੜੇ ਵਿਸ਼ਲੇਸ਼ਣ ਦੇ ਤੌਰ ਤੇ ਜੋ ਕੁਝ ਇਸ ਦੇ ਬਾਰੇ ਸੋਚਿਆ ਜਾ ਰਿਹਾ ਜਾਂ ਅਸੀਂ ਕੀ ਸੋਚਦੇ ਹਾਂ ਉਸ ਦੇ ਬਾਰੇ ਗੱਲ ਕਰਾਂਗੇ। ਤੇ ਨਾਲ ਦੀ ਨਾਲ ਅਸੀਂ ਦੇਖਿਆ ਕਿ ਰਾਜਸੀ ਪਾਰਟੀਆਂ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਉਮੀਦ ਹੈ ਕਿ ਉਹ ਸੱਤਾ ਵਿੱਚ ਆ ਸਕਦੀਆਂ, ਤਾਂ ਉਹਨਾਂ ਨੂੰ ਇਸ ਵੇਲੇ ਜਿਹੜੀ ਹੈ ਮਸ਼ੀਨਾਂ ਦੀ, ਵੋਟਿੰਗ ਮਸ਼ੀਨਾਂ ਦੀ ਚਿੰਤਾ ਜਿਹੜੀ ਸਤਾ ਰਹੀ ਹੈ ਕਿ ਕਿਤੇ ਉੱਥੇ ਨਾ ਕੁਝ ਹੋਵੇ। ਉਹਦੀ ਰਾਖੀ ਦੇ ਲਈ ਹੁਣ ਤੋਂ ਹੀ ਜਿਹੜੀਆਂ ਉਹਨਾਂ ਨੇ ਆਪਣੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਸਥਿਤੀ ਦੇ ਉੱਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸ਼੍ਰੀ ਵਰਿੰਦਰ ਸਿੰਘ ਜੀ, ਜਿਨ੍ਹਾਂ ਦਾ ਪੰਜਾਬ ਦੀ ਰਾਜਸੀ ਸਥਿਤੀ ਉੱਤੇ ਬੜੀ ਨੇੜਿਓਂ ਤੇ ਤਿੱਖੀ ਨਜ਼ਰ ਰਹਿੰਦੀ ਹੈ ਤੇ ਉਹਨਾਂ ਦਾ ਤਜਰਬਾ ਵੀ ਬੜਾ ਵਿਸ਼ਾਲ ਹੈ ਤੇ ਉਹਨਾਂ ਨੇ ਆਪਣੇ ਜਰਨਲਿਜ਼ਮ ਦੇ ਸਾਰੇ ਕੈਰੀਅਰ ਦੇ ਦੌਰਾਨ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੀਆਂ ਰਾਜਸੀ ਚੋਣਾਂ ਹੋਈਆਂ, ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਚਾਹੇ ਲੋਕ ਸਭਾ ਦੀਆਂ ਚੋਣਾਂ ਹੋਈਆਂ, ਚਾਹੇ ਨਗਰ ਨਿਗਮਾਂ ਦੀਆਂ, ਪੰਚਾਇਤਾਂ ਦੀਆਂ ਚੋਣਾਂ ਹੋਈਆਂ, ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਤੇ ਉਹਨਾਂ ਦਾ ਇਹਦੇ ਬਾਰੇ ਇੱਕ ਆਪਣਾ ਦ੍ਰਿਸ਼ਟੀਕੋਣ ਹੈ ਸਾਰੀਆਂ ਚੀਜ਼ਾਂ ਨੂੰ ਮਾਪਣ ਦਾ, ਜਾਣਨ ਦਾ। ਤੇ ਉਹ ਸਾਡੇ ਨਾਲ ਜੁੜੇ ਨੇ। ਸ਼੍ਰੀ ਵਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੰਡੂ ਜੀ, ਤੁਹਾਡਾ ਵੀ ਤੇ ਤੁਹਾਡੇ ਸਾਰੇ ਹੀ ਸਰੋਤਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਇੰਨੇ ਚਾਅ ਨਾਲ ਉਡੀਕਦੇ ਨੇ, ਦੇਖਦੇ ਨੇ ਤੇ ਇਸ ਨੂੰ ਵਾਚਦੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ। ਔਰ ਇਸ ਦੇ ਨਾਲ ਹੀ ਮੇਰਾ ਉਹਨਾਂ ਸਾਰਿਆਂ ਨੂੰ, ਤੁਹਾਨੂੰ ਆਦਾਬ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਔਰ ਤੁਸੀਂ ਮੇਰਾ ਤਾਰੁਫ ਕਰਾਇਆ, ਪਹਿਲੀ ਗੱਲ ਤਾਂ ਬਹੁਤ ਸ਼ੁਕਰੀਆ। ਲੇਕਿਨ ਤੁਸੀਂ ਵੀ ਕਿਸੇ ਤਾਰੁਫ ਦੇ ਮੁਹਤਾਜ ਨਹੀਂ ਹੋ ਬਲਬੀਰ ਸਿੰਘ ਜੰਡੂ ਜੀ। ਤੁਸੀਂ ਟ੍ਰਿਬਿਊਨ ਦੇ ਵਿੱਚ ਤੁਸੀਂ ਵੀ ਇੰਨਾ ਲੰਬਾ ਸਮਾਂ ਕੰਮ ਕੀਤਾ ਹੈ, ਤੁਸੀਂ ਨੇੜਿਓਂ, ਤੁਸੀਂ ਵੀ ਰਾਜਸੀ ਗਤੀਵਿਧੀਆਂ ਉਨੇ ਹੀ ਦੇਖਿਆ ਨੇ ਜਿੰਨੀਆਂ ਮੈਂ ਦੇਖਿਆ ਨੇ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਰਿੰਦਰ ਸਿੰਘ ਜੀ, ਇਹ ਹੈ ਕਿ ਤੁਸੀਂ ਦੇਖੋ ਫੀਲਡ 'ਚ ਹੁੰਦੇ ਸੀ, ਅਸੀਂ ਡੈਸਕ ਤੇ ਹੁੰਦੇ ਸੀ, ਫਰਕ ਤਾਂ ਹੁੰਦਾ, ਤੁਸੀਂ ਫੀਲਡ ਦਾ ਤਜਰਬਾ ਤੁਹਾਡਾ। ਜੀ 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 ਜੀ। ਤੇ ਤੁਸੀਂ ਤਾਂ ਬਹੁਤ ਵੱਡੇ ਵੱਡੇ ਜਿਹੜੇ ਇਨਵੈਸਟੀਗੇਟਿਵ ਰਿਪੋਰਟਿੰਗ ਕੀਤੀ ਹੋਈ ਹੈ, ਜਿਹੜੇ ਅੱਜ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਜਿਹੜੀਆਂ ਗੱਲਾਂ ਹੁੰਦੀਆਂ, ਉਹ ਸਾਰੇ ਤੁਸੀਂ, ਰਾਣਾ ਗੁਰਜੀਤ ਸਿੰਘ ਉਹਨਾਂ ਦੀਆਂ, ਉਹਨਾਂ ਦੇ ਜੋ ਸੀਗੇ ਘਟਾਲੇ, ਉਹਨਾਂ ਨੂੰ ਤੁਸੀਂ ਸਾਹਮਣੇ ਵੀ ਲਿਆਂਦਾ। ਤੁਹਾਡੀ ਤਾਂ ਬਹੁਤ ਇੱਕ ਵੱਖਰੀ ਕਿਸਮ ਦਾ ਤੁਸੀਂ ਜਰਨਲਿਜ਼ਮ ਵੀ ਕੀਤਾ, ਔਰ ਖਾਸ ਕਰਕੇ ਤੁਹਾਡਾ ਜਿਹੜਾ ਇਹ ਤਜਰਬਾ ਹੈ ਨਾ, ਓਵਰਸੀਜ਼ ਜਿਹੜੀ ਕੋਰਸਪੋਂਡੈਂਟ ਤੁਸੀਂ ਸੀਗੇ, ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਬਾਹਰ ਕੀ ਪੰਜਾਬੀ ਸੋਚਦੇ ਆ, NRIs, ਉਹਦਾ ਵੀ ਜਿਹੜਾ ਤੁਹਾਡਾ ਇੱਕ ਆਪਣਾ ਤਜਰਬਾ ਹੈਗਾ। ਚਲੋ ਐਨੀਹਾਓ, ਇਹ ਆਪਣੀ ਹੁਣ ਪੁਰਾਣੇ ਤਜਰਬੇ ਆ ਜਿਹੜੇ ਆਪਾਂ ਸਾਂਝੇ ਕਰ ਰਹੇ ਹਾਂ। ਹਾਂਜੀ, ਉਹ ਤਾਂ now it's thing of past, we should move ahead। ਤੇ ਉਹਦੇ ਵਿੱਚ ਅਸੀਂ ਹੁਣ, ਜਿਸ ਤਰ੍ਹਾਂ ਤੁਹਾਡਾ ਰਾਜਸੀ ਉੱਚ ਹਲਕਿਆਂ 'ਚ ਗੱਲਬਾਤ ਅਕਸਰ ਹੁੰਦੀ ਰਹਿੰਦੀ ਆ, ਤੇ ਹੁਣ ਜਦੋਂ ਵੋਟਾਂ ਪੈ ਚੁੱਕੀਆਂ ਉਸ ਤੋਂ ਬਾਅਦ ਵੀ ਤੁਹਾਡੀ ਜ਼ਰੂਰ ਗੱਲਬਾਤ ਹੋਈ ਹੋਏਗੀ, ਤਾਂ ਤੁਸੀਂ ਜਿਹੜੀ ਖਾਸ ਕਰਕੇ ਕੱਲ ਜਿਹੜੀ ਕਾਂਗਰਸ ਦੇ ਉੱਚ ਆਗੂਆਂ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣਾ ਰਿਵਿਊ ਵੀ ਕੀਤਾ ਹੋਏਗਾ, ਜਿਹੜਾ ਵੋਟਾਂ ਦਾ ਪੈਟਰਨ ਹੈ, ਵੋਟਾਂ ਜਿਸ ਢੰਗ ਨਾਲ ਪਈਆਂ ਵੱਖ-ਵੱਖ ਹਲਕਿਆਂ 'ਚ, ਉਹਨਾਂ ਕੋਲ ਰਿਪੋਰਟ ਵੀ ਪਹੁੰਚੀ ਹੋਏਗੀ ਆਪਣੇ ਸੋਰਸਿਸ ਦੇ ਰਾਹੀਂ, ਕਿਉਂਕਿ ਸਰਕਾਰ ਕਾਂਗਰਸ ਦੀ ਹੈ, ਇਸ ਕਰਕੇ ਹੋਰ ਵੀ ਜ਼ਿਆਦਾ ਉਹਨਾਂ ਕੋਲੇ ਵਸੀਹ ਜਿਹੜੇ ਹੈ, ਵਿਸਥਾਰਤ ਜਿਹੜੇ ਹੈ, ਹਰ ਤਰ੍ਹਾਂ ਦਾ ਰੁਝਾਨ ਜਿਹੜਾ ਪੁੱਜਿਆ ਹੋਏਗਾ।
ਤੇ ਤੁਸੀਂ ਉਹ ਜਿਹੜੀ ਮੀਟਿੰਗ ਹੈ ਉਹਦੇ ਚ ਜੀ ਖਾਸ ਜਿਹੜੀ ਦੇਖਣ ਵਾਲੀ ਗੱਲ ਰਹੀ ਹੈ ਜਾਂ ਜਿਹਦੀ ਚਰਚਾ ਰਹੀ ਹੈ ਜਿਸ ਕਰਕੇ ਮੀਟਿੰਗ ਦੀ, ਉਹ ਇਹ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਨਵਜੋਤ ਸਿੰਘ ਸਿੱਧੂ ਹੋਣੀ, ਉਹ ਉਸ ਮੀਟਿੰਗ ਚੋਂ ਗੈਰ ਹਾਜ਼ਰ ਹੈ। ਤਾਂ ਤੁਸੀਂ ਇਸ ਦੇ ਕੀ ਅਰਥ ਲੈਂਦੇ ਹੋ? ਦੇਖੋ ਜੀ, ਪਹਿਲਾਂ ਤੁਸੀਂ ਮੀਟਿੰਗ ਦੀ ਗੱਲ ਕੀਤੀ ਹੈ ਜਾਂ ਇਹ ਸੈਲਫ ਅਸੈਸਮੈਂਟ ਦੀ ਗੱਲ ਕੀਤੀ ਹੈ, ਉਹਨਾਂ ਨੇ ਸਵੈ ਪੜਚੋਲ ਦੀ ਕਾਂਗਰਸ ਦੀ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਇਸ ਲਈ ਮੀਟਿੰਗ ਕੀਤੀ ਸੀ। ਪਹਿਲਾਂ ਤਾਂ ਬੈਕਗ੍ਰਾਉਂਡ ਥੋੜੀ ਜਿਹੀ ਮੈਂ ਦੱਸਣਾ ਚਾਹਾਂਗਾ। ਔਰ ਨਾ ਸਿਰਫ ਉਹਨਾਂ ਨੇ ਇਸ ਦੇ ਉੱਪਰ ਵਿਚਾਰ ਕੀਤੀ, ਬਲਕਿ ਕੇਂਦਰ ਦੇ ਲੈਵਲ ਤੇ ਵੀ ਬੀਜੇਪੀ ਗਵਰਨਮੈਂਟ ਦੇ ਵੀ ਹਾਈ ਲੈਵਲ ਉੱਪਰ ਇਸ ਦੇ ਉੱਪਰ ਵਿਚਾਰਾਂ ਜਿਹੜੀਆਂ ਕੀਤੀਆਂ ਗਈਆਂ। ਪੰਜਾਬ ਇਲੈਕਸ਼ਨ ਦੇ ਬਾਰੇ, ਖਾਸ ਕਰਕੇ ਲੋ ਟਰਨਆਊਟ ਦਾ ਕੀ ਮਤਲਬ ਹੁੰਦਾ ਹੈ, ਮਤਲਬ ਕਿ ਘੱਟ ਫੀਸਦੀ VOTING ਜਿਹੜੀ ਹੈ ਉਹਦਾ ਕਿਹਨੂੰ ਫਾਇਦਾ ਹੋ ਸਕਦਾ ਹੈ। ਮਾਲਵੇ ਦੇ ਖਿੱਤੇ ਦੇ ਵਿੱਚ ਕਿਉਂਕਿ ਜ਼ਿਆਦਾ ਇਸ ਵਾਰ VOTING ਹੋਈ ਬਾਕੀ ਮਾਝੇ ਨਾਲੋਂ ਤੇ ਦੁਆਬੇ ਨਾਲੋਂ, ਇਸ ਦਾ ਕੀ ਮਤਲਬ ਹੈ। ਇਹ ਸਾਰੀ ਗੱਲ ਦਾ ਜਿਹੜਾ ਇਹ ਨਾ ਸਿਰਫ ਕੱਲ ਦੀ ਕਾਂਗਰਸ ਦੀ ਮੀਟਿੰਗ ਦੇ ਵਿੱਚ, ਬਲਕਿ ਇਸ ਨੂੰ ਕੇਂਦਰ ਲੈਵਲ ਤੇ ਵੀ ਇਸ ਦੀ ਪੜਚੋਲ ਕੀਤੀ ਗਈ, ਇਸ ਦਾ ਕਪੜ ਛਾਣ ਕਹਿ ਲਓ ਕੀਤਾ ਗਿਆ। ਹੋਮ ਮਿਨਿਸਟਰੀ ਦੇ ਲੈਵਲ ਤੇ ਚਲੋ ਹੋਮ ਮਿਨਿਸਟਰੀ ਲੈ ਲਓ, ਪਾਰਟੀ ਲੈਵਲ, ਈਵਨ ਰਾਜਸੀ ਲੈਵਲ ਤੇ ਵੀ। ਹਾਂਜੀ, ਕਿਉਂਕਿ ਪੋਲੀਟੀਕਲ ਅਫੇਅਰਸ ਜਿਹੜੀ ਕਮੇਟੀ ਹੁੰਦੀ ਹੈ ਪਾਰਟੀ ਦੀ, ਉਹ ਤਕਰੀਬਨ ਇਸ ਤਰ੍ਹਾਂ, ਚਾਹੇ ਉਹ ਬੀਜੇਪੀ ਦੀ ਹੋਵੇ, NDA ਦੀ ਹੋਵੇ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਅਕਾਲੀ ਦਲ ਦੀ, ਉਹਨਾਂ ਨੇ ਇਹ ਕਰਨਾ ਹੀ ਹੁੰਦਾ। ਤੇ ਉਹਨਾਂ ਨੇ ਇਹ ਮੀਟਿੰਗ ਕੀਤੀ ਔਰ ਇਹਦੀ ਸਭ ਤੋਂ ਖਾਸੀਅਤ, ਚਲੋ ਉਹਨਾਂ ਨੇ ਇਸ ਗੱਲ ਤੇ ਥੋੜੀ ਜਿਹੀ ਚਿੰਤਾ ਜ਼ਾਹਰ ਕੀਤੀ ਇਸ ਮੀਟਿੰਗ ਦੇ ਵਿੱਚ ਕਿ ਮਾਲਵੇ ਦੇ ਵਿੱਚ ਸ਼ਾਇਦ ਕਾਂਗਰਸ ਨੂੰ ਥੋੜਾ ਜਿਹਾ ਨੁਕਸਾਨ ਜਿਹੜਾ ਹੈ ਉਹ ਚੱਲਣਾ ਪਵੇ। ਇਹ ਬਹੁਤੇ ਲੋਕਾਂ ਨੇ ਉਹਦੇ ਚੋਂ ਆਪਣੀ ਇਹ ਗੱਲ ਰੱਖੀ। ਇਹਦਾ ਕਾਰਨ ਕੀ ਉਹ ਦੱਸ ਰਿਹਾ ਹੈ? ਦੇਖੋ ਜੀ, ਮੇਰੀ ਜਿੱਥੋਂ ਤੱਕ ਸਮਝ ਕੰਮ ਕਰਦੀ ਹੈ, ਜਦੋਂ ਲੋ ਵੋਟਰ ਟਰਨਆਊਟ ਹੁੰਦਾ ਉਦੋਂ ਮਤਲਬ ਜਦੋਂ ਕਿ ਵੋਟਰ ਘੱਟ ਬਾਹਰ ਨਿਕਲਦਾ, ਉਦੋਂ ਮਤਲਬ ਇਹ ਕੱਢਿਆ ਜਾਂਦਾ ਹੈ, ਜਿਹੜੀ ਮੇਰੇ ਲੰਬੇ ਤਜਰਬੇ ਦੇ ਵਿੱਚ ਮੈਂ ਦੇਖਿਆ ਜੋ ਜਾਤੀ ਤੌਰ ਤੇ, ਕਿ ਜਿਹੜਾ ਐਂਟੀ ਐਸਟੈਬਲਿਸ਼ਮੈਂਟ ਵੋਟ ਹੈ ਉਹ ਘੱਟ ਪੈ ਰਿਹਾ। ਇਹਦਾ ਮਤਲਬ ਲੋਕ ਜਿਹੜੇ ਉਨੇ ਦੁਖੀ ਨਹੀਂ ਹੈਗੇ ਐਸਟੈਬਲਿਸ਼ਮੈਂਟ ਤੋਂ, ਰੂਲਿੰਗ ਪਾਰਟੀ ਤੋਂ। ਮੋਟੀ ਜੀ ਗੱਲ ਆਪਾਂ ਕਰੀਏ, ਭਾਵੇਂ ਕਈ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੇਗੀ ਇਸ ਵੇਲੇ, ਲੇਕਿਨ ਇਹਦਾ ਇੱਕ ਮੋਟਾ ਜਿਹਾ ਮਤਲਬ ਇਹ ਕੱਢਿਆ ਜਾਂਦਾ ਆਮ ਤੌਰ ਤੇ 80-90% ਪੋਸੀਬਿਲਿਟੀ ਇਹੀ ਹੁੰਦੀ ਹੈ ਕਿ ਲੋਕ ਘੱਟ ਇਸ ਲਈ ਆਏ ਕਿ ਉਹ ਰੂਲਿੰਗ ਪਾਰਟੀ ਤੋਂ ਕੋਈ ਬਹੁਤ ਜ਼ਿਆਦਾ ਨਾਰਾਜ਼ ਖਫਾ ਨਹੀਂ ਹੈਗੇ। ਤੇ ਜਿੱਥੇ ਜਿੱਥੇ ਪੋਲਿੰਗ ਜ਼ਿਆਦਾ ਹੁੰਦੀ ਹੈ, ਇਹਦਾ ਮਤਲਬ ਇਹ ਕੱਢਿਆ ਜਾਂਦਾ ਹੈ ਰਾਜਸੀ ਹਲਕਿਆਂ ਦੇ ਵਿੱਚ ਵੀ, ਈਵਨ ਜਿਹੜੀਆਂ ਅਸੈਸਮੈਂਟ ਏਜੰਸੀਜ਼ ਆ ਉਹਨਾਂ ਦੇ ਵਿੱਚ ਵੀ ਇਹ ਕੱਢਿਆ ਜਾਂਦਾ, ਮਤਲਬ ਕਿ ਜਿੱਥੇ VOTING ਬਹੁਤ ਜ਼ਿਆਦਾ ਇੱਕਦਮ ਪੈਟਰਨ ਵੱਧ ਗਿਆ, ਫਰਜ਼ ਕਰੋ 60 ਤੋਂ ਪਿਛਲੇ ਵਾਰੀ 60% ਵੋਟ ਪਈ ਕਿਸੇ ਹਲਕੇ ਦੇ ਵਿੱਚ, ਉੱਥੇ 79% ਪੈ ਗਈ। ਇਹਦਾ ਮਤਲਬ ਉਸ ਹਲਕੇ ਦੇ ਵਿੱਚ ਆਮ ਤੌਰ ਤੇ ਇਹ ਸਮਝਿਆ ਜਾਂਦਾ, ਮੰਨਿਆ ਜਾਂਦਾ ਕਿ ਉਸ ਹਲਕੇ, ਆਬਜ਼ਰਵ ਕੀਤਾ ਜਾਂਦਾ ਕਿ ਉਸ ਹਲਕੇ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ MLA ਜਾਂ MP ਤੋਂ ਦੁਖੀ ਨੇ, ਜਾਂ ਰੂਲਿੰਗ ਜਿਹੜੀ ਕੋਈ ਵੀ ਪਾਰਟੀ ਹੈ ਉਹਦੇ ਤੋਂ ਦੁਖੀ ਨੇ, ਜਾਂ ਜਿਹੜੇ ਪਹਿਲਾਂ ਉੱਥੋਂ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਤੋਂ ਦੁਖੀ ਹੈ। ਹਾਂ, ਉਹਨਾਂ ਤੋਂ ਦੁਖੀ ਹੈ। ਸੋ ਲੋਕਲ ਕੰਡੀਸ਼ਨ ਵੀ ਹੋ ਜਾਂਦੀ ਹੈ ਨਾ, ਲੋਕਲ ਹਾਲਾਤ, ਇਹ ਲੋਕਲ ਕੰਡੀਸ਼ਨ ਹੀ ਹੁੰਦੀਆਂ। ਇਸੇ ਕਰਕੇ ਇਹ ਗੱਲ ਸਾਹਮਣੇ ਆਈ ਕਿ ਕਾਂਗਰਸ ਦੀ ਮੀਟਿੰਗ ਦੇ ਵਿੱਚ ਕਿ ਸ਼ਾਇਦ ਪਾਰਟੀ ਨੂੰ ਉੱਥੋਂ ਥੋੜਾ ਜਿਹਾ ਨੁਕਸਾਨ ਜਿਹੜਾ ਚੱਲਣਾ ਪਵੇ। ਜੀ ਨਹੀਂ, ਉਹਦੇ ਵਿੱਚ ਵਰਿੰਦਰ ਸਿੰਘ ਜੀ ਇੱਕ ਹੈ ਕਿ ਜਿਸ ਤਰ੍ਹਾਂ ਅਸੀਂ ਜਿਹੜੇ ਤੁਸੀਂ ਮਾਲਵੇ ਦੀ ਗੱਲ ਕੀਤੀ ਹੈ, ਮਾਲਵੇ 'ਚ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਵਾਲੇ ਜ਼ਿਲ੍ਹੇ ਹੈਗੇ ਆ, ਜਿਵੇਂ ਬਰਨਾਲਾ ਹੈ, ਸੰਗਰੂਰ ਹੈ, ਮੁਕਤਸਰ ਹੈ, ਮਾਨਸਾ ਹੈ, ਬਠਿੰਡਾ ਹੈ, ਤੇ ਇਹਨਾਂ ਵਿੱਚ ਜਿਹੜੀ ਹੈ VOTING ਜ਼ਿਆਦਾ ਹੋਈ ਹੈ। ਮਤਲਬ ਕਿਤੇ ਕਿਤੇ ਤਾਂ 80%, 82%, ਕਿਤੇ 84% ਤੱਕ ਵੀ ਜਿਹੜੀ ਸਥਿਤੀ ਹੈ ਉਹ ਗਈ ਹੈਗੀ ਹੈ। ਜੀ ਜੀ ਜੀ, ਪਰ ਇੰਨਾ ਜ਼ਿਆਦਾ ਫਰਕ ਨਹੀਂ ਪਿਆ। ਜੇ ਆਪਾਂ ਮਾਝੇ, ਮੇਰੇ ਸਾਹਮਣੇ ਚਾਰਟ ਵੀ ਪਿਆ ਹੈਗਾ, ਜੇ ਆਪਾਂ ਮਾਝੇ ਮਾਲਵੇ ਦੀ ਦੁਆਬੇ ਦੀ ਗੱਲ ਕਰੀਏ, ਕੋਈ ਬਹੁਤਾ ਫਰਕ ਨਹੀਂ। 79% ਮਾਲਵੇ ਦੇ ਵਿੱਚ ਜੇ 17 ਚ ਪਈ ਸੀ ਵੋਟ, 79.86, ਤਾਂ 66.70 ਦੇ ਕਰੀਬ, ਯਾਨੀ ਕਿ 67% ਦੇ ਕਰੀਬ ਜਿਹੜੀ ਇਸ ਵਾਰੀ ਪਈ ਹੈਗੀ ਹੈ। ਸੋ ਮਾਲਵੇ ਦੇ ਵਿੱਚ ਕਈ ਜਗ੍ਹਾ ਘੱਟ ਹੋਈ, ਕਈ ਜਗ੍ਹਾ ਜ਼ਿਆਦਾ ਹੋਈ। ਸੋ ਇਹਦਾ ਕੋਈ ਜ਼ਿਆਦਾ ਫਰਕ ਨਹੀਂ। ਪਰ ਜਿਹੜੀ ਸਭ ਤੋਂ ਹਾਈਲਾਈਟ ਇਸ ਮੀਟਿੰਗ ਦੀ ਰਹੀ ਗੱਲ, ਉਹ ਰਹੀ ਸਭ ਤੋਂ ਹਾਸੋਹੀਣੀ ਗੱਲ, ਔਰ ਸਭ ਤੋਂ ਜਿਹੜੀ ਪ੍ਰੈਡਿਕਟੇਬਲ ਗੱਲ ਸੀ, ਜਿਹਦੇ ਬਾਰੇ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਜੀ। ਨਵਜੋਤ ਸਿੰਘ ਸਿੱਧੂ ਬਾਰੇ ਤੁਸੀਂ ਗੱਲ ਕੀਤੀ, ਸਭ ਤੋਂ ਹਾਸੋਹੀਣੀ ਇਹ ਗੱਲ ਹੋਈ ਕਿ ਏਡੀ ਵੱਡੀ ਮੀਟਿੰਗ ਹੋਵੇ, ਇਲੈਕਸ਼ਨ ਤੋਂ ਬਾਅਦ ਪਹਿਲੀ ਵਾਰ ਲੀਡਰਸ਼ਿਪ, ਸੀਨੀਅਰ ਲੀਡਰਸ਼ਿਪ ਦੀ ਇਕੱਤਰਤਾ ਹੋਵੇ, ਤੇ ਉਹਦੇ ਚੋਂ ਪ੍ਰਧਾਨ ਹੀ ਗਾਇਬ ਹੋਵੇ। ਸੋ ਇਹ ਗੱਲ ਜਿਹੜੀ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ
ਕਿਤੇ ਨਾ ਕਿਤੇ, ਕਿਉਂਕਿ ਉਹ ਨਿਰਾਸ਼ ਨੇ ਪਾਰਟੀ ਤੋਂ, ਪਾਰਟੀ ਦੀ ਲੀਡਰਸ਼ਿਪ ਤੋਂ, ਕਿਉਂਕਿ ਜਦੋਂ ਤੋਂ ਉਹਨਾਂ ਦਾ ਇੱਕੋ ਇੱਕ ਆਬਜੈਕਟਿਵ ਇਹ ਲੱਗ ਰਿਹਾ ਸੀ, ਜਿਸ ਤਰ੍ਹਾਂ ਦਾ ਉਹ ਵਰਤਾਰਾ ਕਰ ਰਹੇ ਸਨ, ਜਿਸ ਤਰ੍ਹਾਂ ਦੀ ਉਹ ਐਕਟਸ ਕਰ ਰਹੇ ਸਨ, ਉਹਨੂੰ ਇਹ ਲੱਗ ਰਿਹਾ ਸੀ ਕਿ ਉਹ ਸਿਰਫ ਸੀਐਮ ਦੇ ਚਿਹਰੇ ਲਈ ਜ਼ਿਆਦਾ ਇੰਟਰਸਟਿਡ ਨੇ, ਬਲਕਿ ਪਾਰਟੀ ਦੇ ਕੰਮ ਲਈ ਘੱਟ ਇੰਟਰਸਟਿਡ ਨੇ। ਸੋ ਇਸ ਕਰਕੇ ਉਹਨਾਂ ਦੀ ਨਿਰਾਸ਼ਾ ਜਿਹੜੀ ਕਿਤੇ ਨਾ ਕਿਤੇ, ਮੈਨੂੰ ਲੱਗਦਾ ਜਾਂ ਤਾਂ ਹੁਣ ਪਾਰਟੀ ਉਹਨਾਂ ਤੋਂ ਕਿਨਾਰਾ ਕਰਨਾ ਚਾਹੁੰਦੀ ਹੈ, ਜਾਂ ਉਹ ਪਾਰਟੀ ਤੋਂ ਕਿਤੇ ਨਾ ਕਿਤੇ ਕਿਨਾਰਾ, ਭਾਵੇਂ ਆਰਜੀ ਤੌਰ ਤੇ ਹੋਵੇ, ਉਹ ਕਿਨਾਰਾ ਕਰਨਾ ਚਾਹੁੰਦੇ ਹੈ। ਸੋ ਇੱਕ ਦੂਜੇ ਤੋਂ ਖਹਿੜਾ ਛਡਾਉਣ ਦੀ ਮੈਨੂੰ ਲੱਗਦਾ ਨੌਬਤ ਜਿਹੜੀ ਹੈ ਉਹ ਆ ਰਹੀ ਹੈ ਕਿਤੇ ਨਾ ਕਿਤੇ, ਭਾਵੇਂ ਕਿ ਇਹ ਰਿਮੋਟ ਪੋਸੀਬਿਲਿਟੀ ਹੋਵੇ, ਭਾਵੇਂ ਨਾ ਆਵੇ ਸ਼ਾਇਦ, ਪਰ ਇਹਦੀ ਇੱਕ ਪੋਸੀਬਿਲਿਟੀ ਹੈਗੀ ਜ਼ਰੂਰ ਹੈ ਇਸ ਜੀ। ਜੀ ਜੀ, ਤਾਂ ਇਹ ਜਿਹੜੇ ਘੱਟ ਮਤਦਾਨ ਦੀ ਤੁਸੀਂ ਗੱਲ ਕੀਤੀ ਹੈ, ਇਹ ਮਾਝੇ ਤੇ ਦੁਆਬੇ 'ਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਇੱਕ ਇਹ ਵੀ ਚਰਚਾ ਆ ਰਹੀ ਹੈ, ਜਿਹੜੀ ਹੈ ਗੱਲ ਇਸ ਵੇਲੇ, ਕਿ ਜਿਹੜਾ ਦੁਆਬਾ ਹੈ ਉੱਥੇ ਚਰਨਜੀਤ ਸਿੰਘ ਚੰਨੀ ਹੋਣਾ ਦਾ ਪ੍ਰਭਾਵ ਜ਼ਿਆਦਾ ਦੇਖਿਆ ਗਿਆ। ਦੇਖੋ ਜੀ, ਚਰਨਜੀਤ ਸਿੰਘ ਚੰਨੀ ਹੋਣਾ ਦਾ ਮੈਂ ਜੇ ਕਹਾਂ, ਜੇ ਬਹੁਤ ਸਿੱਧੇ ਤੌਰ ਤੇ ਮੈਂ ਕਹਾਂ ਕਿ ਜਿਹੜੀ ਸ਼ਡਿਊਲਡ ਕਾਸਟ ਵੋਟ ਜਿਹੜੀ ਹੈਗੀ ਹੈ, ਇੱਕ ਤਬਕੇ ਦੀ ਵੋਟ ਜਿਹੜੀ ਹੈਗੀ ਹੈ, ਉਹ ਕੰਸੋਲੀਡੇਟ ਹੋ ਕੇ ਚਰਨਜੀਤ ਸਿੰਘ ਚੰਨੀ ਨੂੰ ਪਈ। ਉਹਦੇ ਚੋਂ ਸਮਝ ਲਓ ਅਗਰ 35% ਵੋਟ ਹੈ ਜਾਂ 34% ਹੈ, ਉਹਦੇ ਚੋਂ ਘੱਟੋ ਘੱਟ ਵੀ 25% 24% ਘੱਟੋ ਘੱਟ ਉਹ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਉੱਪਰ ਕਾਂਗਰਸ ਪਾਰਟੀ ਨੂੰ ਪਈ, ਔਰ ਕਾਂਗਰਸ ਦੀ ਸਟ੍ਰੈਟਜੀ ਦਾ ਕਾਂਗਰਸ ਨੂੰ ਬਹੁਤ ਵੱਡੇ ਲੈਵਲ ਤੇ ਫਾਇਦਾ ਜਿਹੜਾ ਉਹ ਹੋਇਆ। ਭਾਵੇਂ ਕਿ ਮੇਰੇ ਕੁਝ ਮੀਡੀਆ ਵਾਲੇ ਦੋਸਤ ਜਿਨ੍ਹਾਂ ਨਾਲ ਮੇਰੀ ਗੱਲ ਹੋਈ, ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸਨ। ਉਹ ਉਸ ਭਾਈਚਾਰੇ ਦੇ ਵਿੱਚ ਵੀ ਦੋ ਹਿੱਸੇ ਕਰਕੇ ਦੇਖਦੇ ਸਨ ਕਿ ਜੀ ਇੱਕ ਹਿੱਸੇ ਨੇ ਘੱਟ ਪਾਈ ਵੋਟ, ਇੱਕ ਹਿੱਸੇ ਨੇ ਜ਼ਿਆਦਾ ਪਾਈ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਮੈਂ ਇਹ ਦੇਖ ਰਿਹਾ ਕਿ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਸੀ, ਇੱਕ ਖਾਸ ਤਬਕੇ ਦੇ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ, ਔਰ ਹੋਣਾ ਵੀ ਚਾਹੀਦਾ ਸੀਗਾ, ਤਾਂ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਦਲਿਤ ਮੁੱਖ ਮੰਤਰੀ ਜਿਹੜਾ ਹੈਗਾ ਉਹ ਸ਼ਡਿਊਲਡ ਕਾਸਟ ਨਾਲ ਸੰਬੰਧਿਤ, ਜਾਂ ਦਲਿਤ ਮੁੱਖ ਮੰਤਰੀ ਜਾਂ ਬੈਕਵਰਡ ਕਲਾਸਿਸ ਨੂੰ ਰੈਪਰੈਜ਼ੈਂਟ ਕਰਦਾ ਹੋਵੇ। ਮਤਲਬ ਦੱਬੇ ਕੁਚਲੇ ਲੋਕਾਂ ਨੂੰ ਪਹਿਲਾਂ ਵੱਡੇ ਲੋਕ ਹੀ ਸਿਰਫ ਬਣਦੇ ਸਨ ਮੁੱਖ ਮੰਤਰੀ। ਵੈਸੇ ਬੈਕਵਰਡ ਕਲਾਸਿਸ ਚੋਂ ਤਾਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ 71-72 ਚ ਗਿਆਨੀ ਜੈਲ ਸਿੰਘ ਹੋਣੀ ਵੀ ਰਹੇ ਸੀਗੇ OBC ਚੋਂ ਤਾਂ। ਹਾਂਜੀ ਹਾਂਜੀ, ਮੇਰੇ ਕਹਿਣ ਦਾ ਮਤਲਬ, ਮੇਰੇ ਕਹਿਣ ਦਾ ਆਸ਼ਾ ਇਹ ਹੈ ਕਿ ਜਿਹੜੇ ਦੱਬੇ ਕੁਚਲੇ ਲੋਕਾਂ ਨੂੰ ਰੈਪਰੈਜ਼ੈਂਟ ਕਰਦੇ ਹੈਗੇ ਨੇ, ਉਹਨਾਂ ਦੀ ਗੱਲ ਮੈਂ ਕਰ ਰਿਹਾ। ਮੈਂ ਇੱਥੇ ਇਹ ਨਹੀਂ ਕਰ ਰਿਹਾ ਕਿਸੇ ਇੱਕ, ਮੈਂ ਉਹ ਤਬਕੇ ਦੀ ਗੱਲ ਇਸੇ ਲਈ ਕਹਿ ਰਿਹਾ, ਮੈਂ ਇਕੱਲਾ ਸ਼ਡਿਊਲਡ ਕਾਸਟ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਮੇਰਾ ਮਤਲਬ ਹੈ ਜਿਹੜੇ ਲੋਕਾਂ ਨੂੰ ਰੈਪਰੈਜ਼ੈਂਟੇਸ਼ਨ ਹੁਣ ਤੱਕ ਘੱਟ ਮਿਲੀ। ਗਿਆਨੀ ਜੀ ਇੱਕ ਐਕਸੈਪਸ਼ਨ ਨੇ, ਉਸ ਤੋਂ ਇਲਾਵਾ ਤਾਂ ਕੋਈ ਹੈ ਨਹੀਂ। ਅਗਰ ਆਪਾਂ ਜੀ ਉਸ ਤੋਂ ਇਲਾਵਾ ਤਾਂ ਦੇਖੋ, ਅਗਰ ਕੈਰੋਂ ਸਾਹਿਬ ਦੀ ਗੱਲ ਕਰੀਏ, ਜਿਹੜੀ ਤੁਸੀਂ ਗੱਲ ਕਰ ਰਹੇ ਜਿਸ ਤਬਕੇ ਦੀ, ਚਾਹੇ ਉਹ ਅਨੁਸੂਚਿਤ ਜਾਤੀਆਂ ਚਾਹੇ OBC ਹੈ, ਉਹਨਾਂ ਦੀ ਜੇ ਆਪਾਂ ਗਿਣਤੀ ਪੰਜਾਬ 'ਚ ਮੰਨੀਏ, ਜਿਹੜੇ ਅੰਕੜੇ ਸਾਡੇ ਸਾਹਮਣੇ ਆ, ਉਹਦੇ ਵਿੱਚ ਲਗਭਗ 63% ਦੇ ਕਰੀਬ ਜਾਂ 64% ਦੇ ਕਰੀਬ ਉਹਨਾਂ ਦੀ ਗਿਣਤੀ ਬਣ ਜਾਂਦੀ ਹੈ। ਹਾਂਜੀ ਹਾਂਜੀ, ਇਹ ਬਹੁਤ ਵੱਡਾ, ਕਿਉਂਕਿ ਜਿਹੜਾ ਚਰਨਜੀਤ ਸਿੰਘ ਚੰਨੀ ਹੈ ਉਹ ਇੱਕ ਸਿੰਬਲ ਬਣ ਕੇ ਉੱਭਰਿਆ। ਕਾਂਗਰਸ ਪਾਰਟੀ ਨੇ ਉਹਨਾਂ ਦੇ ਪੋਟੈਂਸ਼ੀਅਲ ਨੂੰ, ਕਿਉਂਕਿ ਕਾਂਗਰਸ ਪਾਰਟੀ ਕੋਲੇ ਹੋਰ ਕੋਈ ਬਹੁਤਾ ਕਹਿਣ ਨੂੰ ਹੈ ਨਹੀਂ ਸੀ। ਦੇਖੋ ਇੱਕ ਇਹ ਜਿਹੜੀ ਕਾਂਗਰਸ ਗਵਰਨਮੈਂਟ ਚੱਲੀ 4.5 ਸਾਲ ਜਾਂ 4 ਪੌਣੇ 5 ਸਾਲ, ਉਹ ਇੱਕ ਐਵਰੇਜ ਗਵਰਨਮੈਂਟ, ਜਿਸ ਤਰ੍ਹਾਂ ਪਿਛਲੀ ਅਕਾਲੀ ਗਵਰਨਮੈਂਟ ਚੱਲੀ ਉਸੇ ਤਰ੍ਹਾਂ ਦੀ ਉਹ ਗਵਰਨਮੈਂਟ ਚੱਲੀ, ਕੋਈ ਫਰਕ ਨਹੀਂ ਸੀ। ਰੂਟੀਨ ਦੇ ਲੋਕਾਂ ਦੇ ਕੰਮ ਹੋਏ। ਮੈਂ ਇਹ ਵੀ ਨਹੀਂ ਕਹਿੰਦਾ ਜਿਸ ਤਰ੍ਹਾਂ ਆਮ ਲੋਕ ਬਿਲਕੁਲ ਹੀ ਲਕੀਰ ਫੇਰ ਦਿੰਦੇ ਕਿ ਬਿਲਕੁਲ ਲੋਕਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ, ਮੈਂ ਇਹ ਵੀ ਨਹੀਂ ਕਹਿ ਰਿਹਾ, ਬਟ ਇਟ ਵਾਜ਼ ਏ ਰੂਟੀਨ ਗਵਰਨਮੈਂਟ। ਸੋ ਉਸ ਕੋਲੇ ਇੰਨਾ, ਕਾਂਗਰਸ ਹਾਈ ਕਮਾਂਡ ਕੋਲੇ ਨਾ ਇੰਨਾ ਸਮਾਂ ਸੀ ਉਹਦਾ ਕੋਈ ਸੋਲੂਸ਼ਨ ਲੋਕਾਂ ਨੂੰ ਪ੍ਰੋਵਾਈਡ ਕਰਨ ਲਈ, ਕਿਉਂਕਿ ਉਹਨਾਂ ਨੇ ਚੀਫ ਮਿਨਿਸਟਰ ਬਦਲਤਾ ਲਾਸਟ ਮਿੰਟ ਤੇ ਆ ਕੇ। ਸੋ ਇੱਕੋ ਹੀ ਸੋਲੂਸ਼ਨ ਉਹਨਾਂ ਕੋਲ ਰਹਿ ਜਾਂਦਾ ਸੀ ਕਿ ਉਹ ਆਪਣੀ ਟੇਕ ਚਰਨਜੀਤ ਸਿੰਘ ਚੰਨੀ ਦੇ ਉੱਪਰ ਲਾਉਣ। ਉਹਨਾਂ ਨੇ ਉਹ ਲਾਈ, ਔਰ ਉਹਨਾਂ ਦੀ ਇਹ ਚੀਜ਼ ਕਾਂਗਰਸ ਦੇ ਕੰਮ ਆਈ ਜੀ। ਜੀ, ਉਹਦੇ ਵਿੱਚ ਇੱਕ ਇਹ ਵੀ ਹੈ ਮੇਰਾ ਸਵਾਲ ਇੱਥੇ, ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਪਿਛਲੀ ਵਾਰ ਦਾ, ਜੇ ਪਿਛਲੀ ਵਿਧਾਨ ਸਭਾ ਦੇ ਜਿਹੜੇ ਨਤੀਜੇ ਸੀਗੇ ਜਾਂ ਜੋ ਕਾਂਗਰਸ ਨੂੰ ਪ੍ਰਾਪਤ ਹੋਇਆ ਸੀਗਾ, ਉਹ ਲਗਭਗ 34 ਸੀਟਾਂ ਹੈਗੀਆਂ ਪੰਜਾਬ ਦੇ ਵਿੱਚ SC ਦੀਆਂ, ਤਾਂ ਉਹਦੇ ਵਿੱਚੋਂ 34 ਵਿੱਚੋਂ 21 ਸੀਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਮਿਲੀਆਂ ਸੀ ਪਿਛਲੀ ਵਾਰ। ਤੇ ਉਹ ਤੁਸੀਂ ਉਹਨਾਂ 'ਚ ਕੀ ਦੇਖਦੇ ਹੋ ਕਿ ਇਸ ਵਾਰ ਵਾਧਾ ਹੋਣ ਦੀ ਪੋਸੀਬਿਲਿਟੀ ਹੈ? ਦੇਖੋ ਇਸ ਵਾਰ ਵਾਧਾ ਬਿਲਕੁਲ, ਜਿਸ ਤਰ੍ਹਾਂ ਦਾ ਮੇਰੀ ਗੱਲਬਾਤ, ਦੇਖੋ ਮੈਂ ਕੋਈ ਨਜੂਮੀ ਜੋਸ਼ੀ ਤਾਂ ਹੈ ਨਹੀਂ, ਲੇਕਿਨ ਜਿਸ ਤਰ੍ਹਾਂ ਮੈਂ ਆਪਣੀ ਗੱਲ ਦਾ, ਜਿਹੜੀ ਮੇਰੀ ਆਬਜ਼ਰਵੇਸ਼ਨ ਕਿੱਥੋਂ ਬਣਦੀ ਹੈ, ਲੋਕਾਂ ਨਾਲ ਗੱਲ ਕਰਕੇ, ਪਾਰਟੀ ਦੇ ਲੀਡਰਸ ਹੋਣ, ਆਮ ਲੋਕ ਹੋਣ, ਪਿੰਡ 'ਚ ਰਹਿਣ ਵਾਲੇ ਹੋਣ, ਕੋਈ ਈਵਨ ਕੋਈ ਦੁਕਾਨਦਾਰ, ਛੋਟਾ ਦੁਕਾਨਦਾਰ ਹੋਵੇ, ਕੋਈ ਰਿਕਸ਼ੇ ਵਾਲਾ ਹੋਵੇ, ਜਿਹੜਾ ਮੇਰੇ ਕੰਟੈਕਟ ਦੇ ਵਿੱਚ ਹੈ, ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਵੀ ਕੀ ਗੱਲ ਹੋਈ ਇਸ ਤਰ੍ਹਾਂ ਕਰਕੇ, ਜਾਂ ਜੋ ਵੀ ਤੁਹਾਡੀ ਆਬਜ਼ਰਵੇਸ਼ਨ ਕੀ ਹੈ, ਤੁਸੀਂ ਕੀ ਕਰੋਗੇ।
ਤਾਂ ਜਿਹੜੀ ਮੇਰੀ ਆਬਜ਼ਰਵੇਸ਼ਨ ਬਣੀ ਉਸ ਦੇ ਹਿਸਾਬ ਨਾਲ ਇਹ ਸੀਟਾਂ ਦਾ ਨੰਬਰ ਜਿਹੜਾ ਜ਼ਿਆਦਾ ਵਧੇਗਾ। ਪਰ ਇੱਥੇ ਕੁਐਸਚਨ ਇਹ ਨਹੀਂ ਹੈਗਾ, ਕੁਐਸਚਨ ਵੱਡਾ ਜਿਹੜਾ ਬ੍ਰੌਡਰ ਕੁਐਸਚਨ ਹੈ, ਮੈਂ ਸੀਟਾਂ ਦੇ ਨੰਬਰ ਉੱਪਰ ਵੀ ਨਹੀਂ ਜਾਂਦਾ, ਬ੍ਰੌਡਰ ਕੁਐਸਚਨ ਹੈ ਕਿ ਸਰਕਾਰ ਕਿਹਨੇ ਬਣਾਉਣੀ ਹੈ। ਅਸਲ ਵਿੱਚ ਜਿਹੜਾ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਸਰਕਾਰ ਬਣਾਏਗੀ? ਹਾਂਜੀ, ਸਾਡੇ ਕੋਲ ਜਿਹੜੇ ਸਾਡੇ ਸਰੋਤੇ ਦੇਖ ਰਹੇ ਨੇ ਇਸ ਵੇਲੇ, ਸਾਡੇ ਕੋਲ ਉਹਨਾਂ ਦੀ ਜਿਹੜੀ ਕੀ ਡਿਮਾਂਡ ਹੈ, ਉਹਨਾਂ ਦੀ ਡਿਮਾਂਡ ਹੈ ਕਿ ਉਹਨਾਂ ਨੂੰ ਇੱਕ ਐਸਟੀਮੇਟ ਦੱਸਿਆ ਜਾਵੇ, ਉਹਨਾਂ ਨੂੰ ਇੱਕ ਅਸੈਸਮੈਂਟ ਆਬਜ਼ਰਵੇਸ਼ਨ ਦੱਸੀ ਜਾਵੇ, ਭਾਵੇਂ ਕਿ ਫੈਸਲਾ ਤਾਂ ਵੋਟਰ ਜਿਹੜਾ ਉਹਨੇ ਕਰਨਾ, ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਹੋ ਚੁੱਕਾ, ਫੈਸਲਾ ਤਾਂ ਹੋ ਚੁੱਕਾ, ਉਹਦੇ ਕੋਣ ਮਸ਼ੀਨਾਂ 'ਚ ਬੰਦ ਹੈ, ਫੈਸਲਾ ਤਾਂ ਖੁੱਲਣਾ ਹੈ ਮਸ਼ੀਨਾਂ ਨੇ। ਹਾਂਜੀ, ਉਹ ਖੁੱਲਣਾ ਜਿਹੜਾ ਉਹ ਹੋ ਚੁੱਕਾ। ਜੋ ਵੋਟਰ ਦੇਖੋ, ਇਸ ਸਾਰੇ ਮਹਾਕੁੰਭ ਦਾ ਜੇ ਆਪਾਂ ਕਹੀਏ ਕਰਤਾ ਧਰਤਾ ਵੋਟਰ ਸੀਗਾ, ਸੋ ਉਹਨੇ ਆਪਣਾ ਫੈਸਲਾ ਕਰ ਦਿੱਤਾ, ਔਰ ਫੈਸਲਾ ਮੈਨੂੰ ਲੱਗਦਾ ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਕੀਤਾ। ਭਾਵੇਂ 4 ਸੀਟਾਂ ਮੈਜੋਰਟੀ 59 ਦਾ ਮਾਰਕ ਹੈਗਾ ਜਿੱਥੇ ਸਰਕਾਰ ਬਣਦੀ ਹੈ, ਭਾਵੇਂ ਉਹਦੇ ਤੋਂ 4 ਸੀਟਾਂ ਵੱਧ ਹੋਣ ਤੇ 4 ਸੀਟਾਂ ਜ਼ਿਆਦਾ ਹੋਣ, ਇਹਦੇ ਨਾਲ ਬਹੁਤ ਕੋਈ ਫਰਕ ਨਹੀਂ ਪੈਂਦਾ, ਕਿਉਂਕਿ 2-4 ਇੰਡੀਪੈਂਡੈਂਟ ਵੀ ਆਉਣੇ ਹੈਗੇ। ਜੇ ਘਟ ਗਿਆ ਤਾਂ ਕਾਂਗਰਸ ਆਪਣਾ ਉਸ ਨਾਲ ਗੁਜ਼ਾਰਾ ਕਰ ਸਕਦੀ ਹੈ ਬਾਹਰੋਂ ਸਪੋਰਟ ਲੈ ਕੇ। ਤੇ ਦੂਸਰੀ ਗੱਲ, ਜਿਹੜੀ ਦੂਜੀ ਪੋਸੀਬਿਲਿਟੀ ਇੱਕ ਹੋਰ ਵੀ ਮਰਜ ਹੋਈ, ਕਿਉਂਕਿ ਪ੍ਰਾਈਮ ਮਿਨਿਸਟਰ ਨੇ ਆ ਕੇ ਲਾਸਟ ਮਿੰਟ ਤੇ ਆ ਕੇ ਜਿਸ ਤਰ੍ਹਾਂ ਪੰਜਾਬ ਦੇ ਨਾਲ ਉਹਨਾਂ ਨੇ ਬਹੁਤ ਵਧੀਆ ਰਾਬਤਾ ਪੰਜਾਬੀਆਂ ਨਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਗ੍ਰਹਿ ਮੰਤਰੀ ਜਿਹੜੇ ਹੈਗੇ ਅਮਿਤ ਸ਼ਾਹ ਜੀ, ਹੋਮ ਮਿਨਿਸਟਰ, ਉਹਨਾਂ ਨੇ ਜਿਸ ਤਰ੍ਹਾਂ ਪੰਜਾਬੀਆਂ ਨਾਲ ਆ ਕੇ ਇੱਕ ਮੁੜ ਤੋਂ ਬੀਜੇਪੀ ਦਾ ਬਲਕਿ ਰਿਸ਼ਤਾ ਜਿਹੜਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਇਸ ਦਾ ਇੱਕ ਤਬਕੇ ਦੇ ਉੱਪਰ ਬਹੁਤ ਵੱਡਾ ਅਸਰ ਪਿਆ ਕਿ ਜਿਹੜਾ ਤਬਕਾ ਪਹਿਲਾਂ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀਗਾ, ਇਸ ਵਾਰੀ ਉਹਨਾਂ ਚੋਂ 3 ਹਿੱਸਿਆਂ ਵਿੱਚ ਉਹਨੇ ਵੰਡਿਆ ਜਾਣਾ ਸੀ। ਉਹਨਾਂ ਚੋਂ ਇੱਕ ਹਿੱਸਾ ਜਿਹੜਾ ਉਹ ਆਮ ਆਦਮੀ ਪਾਰਟੀ ਵੱਲ ਵੀ ਜਾ ਰਿਹਾ ਸੀ, ਜਿਹੜਾ ਕਿ ਆਮ ਆਦਮੀ ਪਾਰਟੀ ਵੱਲ ਨਹੀਂ ਗਿਆ ਪ੍ਰਾਈਮ ਮਿਨਿਸਟਰ ਦੇ ਆਉਣ ਤੋਂ ਬਾਅਦ, ਔਰ ਉਹ ਆਪਣੀ ਆਪਣੀ ਪੋਜੀਸ਼ਨ ਤੇ ਕੰਸੋਲੀਡੇਟਡ। ਤੁਸੀਂ ਸ਼ਹਿਰੀ ਵੋਟਰ ਦੀ ਗੱਲ ਕਰ ਰਹੇ ਹੋ? ਮੈਂ ਸ਼ਹਿਰੀ ਵੋਟਰ ਦੀ ਗੱਲ ਕਰ ਰਿਹਾ ਜੀ। ਜੀ ਜੀ। ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਫਿਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਹੈ, ਜਿਹਦੇ ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੈ, ਜਿਹਦੇ ਵਿੱਚ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ ਜਿਹੜਾ ਪਾਰਟੀ ਹੈਗੀ ਆ ਅਕਾਲੀ ਦਲ ਹੈ, ਉਹ ਵੀ ਉਹਦੇ ਵਿੱਚ ਸ਼ਾਮਲ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਪੰਜਾਬ ਦਾ ਦ੍ਰਿਸ਼ ਬਦਲ ਸਕਦੇ ਆ? ਦੇਖੋ, ਦ੍ਰਿਸ਼ ਬਦਲ ਸਕਦਾ ਹੈ, ਕਿਉਂਕਿ ਪਹਿਲਾਂ ਸ਼ੁਰੂਆਤ ਦੇ ਵਿੱਚ 3 ਸੀਟਾਂ ਲੱਗ ਰਿਹਾ ਸੀ ਕਿ ਇਹਦੇ ਨਾਲ ਹੀ ਇੱਕ ਹੋਰ ਛੋਟਾ ਸਵਾਲ ਮੇਰਾ ਲੈ ਲਿਓ ਕਿ ਇਹ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ, ਇਹ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਗੱਠਜੋੜ ਦੀ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਾਲੇ ਅਗਵਾਈ ਦੀ, ਤਾਂ ਅਕਾਲੀ ਦਲ ਵੀ ਕਿਸੇ ਸਮੇਂ ਜਿਹੜਾ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਰਿਹਾ, ਤੇ ਜਿਸ ਤਰ੍ਹਾਂ ਡੇਰੇ ਵੱਲੋਂ ਜਿਹੜਾ ਸੱਦਾ ਆਇਆ ਸੀਗਾ ਕਿ ਕਾਂਗਰਸ ਆਪਣੇ ਭਾਰਤੀ ਜਨਤਾ ਪਾਰਟੀ ਨੂੰ ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਜਿਹੜਾ ਸੁਨੇਹਾ ਉਹਨਾਂ ਵੱਲੋਂ ਆਇਆ, ਕੀ ਇਹ ਲੱਗਦਾ ਕਿਤੇ ਕਿ ਇਹਨਾਂ ਦੇ ਵੀ ਗੱਠਜੋੜ ਬਣ ਸਕਦਾ ਨਵੇਂ ਸਿਰੇ ਤੋਂ? ਦੇਖੋ, ਅਕਾਲੀ ਦਲ ਬਾਰੇ ਤਾਂ ਮੈਨੂੰ ਬਹੁਤਾ ਪਤਾ ਨਹੀਂ ਕਿ ਅਕਾਲੀ ਦਲ ਬਾਰੇ ਸੱਦਾ ਆਇਆ ਕਿ, ਪਰ ਲੇਕਿਨ ਜਿਹੜਾ ਡੇਰੇ, ਜਿਸ ਤਰ੍ਹਾਂ ਪੈਰੋਲ ਦੀ ਆਪਾਂ ਗੱਲ ਕਰੀਏ, ਉਹਦੇ ਤੇ ਬਹੁਤ ਵੱਡੀ ਕੰਟਰੋਵਰਸੀ ਹੋਈ, ਉਹਦਾ ਫਾਇਦਾ ਕਿਤੇ ਨਾ ਕਿਤੇ ਬੀਜੇਪੀ ਨੂੰ ਜ਼ਰੂਰ ਜਿਹੜਾ ਹੈਗਾ ਉਹ ਹੈਗਾ, ਤੇ ਇਹ ਬਹੁਤ ਵੱਡੀ ਪੋਸੀਬਿਲਿਟੀ। ਉਹ ਬੀਜੇਪੀ ਗੱਠਜੋੜ ਨੂੰ ਹੈ ਕਿ ਬੀਜੇਪੀ ਨੂੰ ਹੈ? ਨਹੀਂ ਜੀ, ਬੀਜੇਪੀ ਗੱਠਜੋੜ ਨੂੰ ਹੈ, ਅਕਾਲੀ ਦਲ ਹਲੇ ਬਾਹਰ ਹੈ। ਅਕਾਲੀ ਦਲ ਨੇ ਤਾਂ ਉਸ ਗੱਠਜੋੜ 'ਚ ਹਲੇ ਸ਼ਾਮਲ ਹੋਣਾ ਹੈ। ਤੁਸੀਂ ਪੋਸੀਬਿਲਿਟੀ ਪੁੱਛੀ ਹੈ, ਮੈਂ ਕਹਿੰਦਾ ਇਹ 95%। ਮੈਂ ਇਸ ਕਰਕੇ ਵਰਿੰਦਰ ਸਿੰਘ ਜੀ ਗੱਲ ਕਹੀ ਹੈ ਕਿ ਕਿਉਂਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਤੇ ਅਮਿਤ ਸ਼ਾਹ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਹੈ ਨਤੀਜਿਆਂ ਤੋਂ ਬਾਅਦ, ਜੇ ਇਦਾਂ ਦੀ ਪਰਿਸਥਿਤੀ ਬਣਦੀ ਹੈ। ਹਾਂਜੀ, ਮੈਂ ਵੀ ਇਹੀ ਕਹਿ ਰਿਹਾ ਕਿ ਇਹ ਗੱਠਜੋੜ ਹੋਣਾ ਹੀ ਹੋਣਾ ਹੈ। 95% ਇਹ ਤੈਅ ਹੈ ਗੱਲ ਕਿ ਇਹ ਗੱਠਜੋੜ ਹੋਣਾ ਹੈ, ਕਿਉਂਕਿ ਕੀ ਹੈ ਕਿ ਇੰਪਰੂਵਮੈਂਟ ਕਿਹਦੀ ਹੋਈ, ਲਾਸਟ ਮਿੰਟ ਤੇ ਆ ਕੇ ਪੈਟਰਨ ਚੇਂਜ ਹੋ ਗਿਆ ਥੋੜਾ ਜਿਹਾ। ਇੱਕ ਤਾਂ ਡੇਰਾ ਦੀ ਵੋਟ ਜਿਹੜੀ ਆ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੋਏਗਾ ਜ਼ਾਹਿਰਾ ਤੌਰ ਤੇ, ਭਾਵੇਂ ਇਸ ਗੱਲ ਨੂੰ ਕਿਸੇ ਬਹੁਤ ਸਾਰੇ ਲੋਕ ਇਹਦਾ ਗੁੱਸਾ ਕਰਨਗੇ, ਲੇਕਿਨ ਇੱਕ ਪਾਸੇ ਦੂਸਰੇ ਪਾਸੇ ਅਕਾਲੀ ਦਲ ਨੇ ਜਿਸ ਤਰ੍ਹਾਂ ਕੰਪੇਨ ਚਲਾਈ ਇਸ ਵਾਰੀ, ਸੁਖਬੀਰ ਸਿੰਘ ਬਾਦਲ ਹੋਣਾ ਨੇ ਜਾਂ ਬਿਕਰਮ ਸਿੰਘ ਮਜੀਠੀਆ ਹੋਣਾ ਨੇ ਅੱਗੇ ਵੱਧ ਕੇ ਕੰਮ ਕੀਤਾ, ਆਪਣੀ ਬੇਲ ਮਿਲਣ ਨਾਲ ਹੀ ਉਹਨਾਂ ਦਾ ਜਿਹੜਾ ਗ੍ਰਾਫ ਉੱਪਰ ਆ ਗਿਆ। ਉਹ ਜਿੱਥੇ ਕਿ ਉਹਨਾਂ ਨੂੰ 12 ਸੀਟਾਂ ਮਿਲਦੀਆਂ ਸਨ, ਉੱਥੋਂ ਉਹ 25-28 ਸੀਟਾਂ ਦੇ ਕਰੀਬ ਆ ਗਏ। 28 ਦੀਆਂ 30 ਵੀ ਹੋ ਸਕਦੀਆਂ, ਮੇਰੇ ਕਹਿਣ ਦਾ ਮਤਲਬ 28 ਦੀਆਂ ਜਿਹੜੀਆਂ ਉਹ 26 ਵੀ ਰਹਿ ਸਕਦੀਆਂ। ਸੋ ਇਹ ਇਸ ਲੈਵਲ ਤੇ ਆ ਕੇ ਚਾਰਾ ਕੀ ਹੋਏਗਾ? ਚਾਰਾ ਇਹ ਹੋਏਗਾ ਕਿ ਇੱਕ ਕੋਸ਼ਿਸ਼ ਕੀਤੀ ਜਾਵੇ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਇੱਕ ਬੀਜੇਪੀ ਲੈਡ ਅਲਾਇੰਸ ਜਿਹੜਾ ਹੈ ਉਹ ਬਣਾ ਲਿਆ ਜਾਵੇ, ਜਿਹਦੇ ਵਿੱਚ ਢੀਂਡਸਾ ਸਾਹਿਬ ਵੀ ਹੋਣ, ਜਿਹਦੇ 'ਚ ਕੈਪਟਨ ਸਾਹਿਬ ਵੀ ਹੋਣ, ਔਰ ਜਿਹਦੇ 'ਚ ਬੀਜੇਪੀ ਤਾਂ ਹੈਗੀ ਲੀਡ ਕਰੇਗੀ। ਐਨਡੀਏ ਦਾ ਨਾਂ ਹੀ ਦੇ ਰਿਹਾ, ਐਨਡੀਏ ਦਾ।
हाँ जी, एनडीए हो ਗਿਆ ਨਾ। ਦੇਖੋ ਐਨਡੀਏ ਇਜ਼ ਪੁਰਾਣਾ ਜਿਹੜਾ ਗਠਬੰਧਨ ਹੈਗਾ, ਉਹ ਜਿਸ ਤਰ੍ਹਾਂ ਯੂਪੀਏ ਦੇ ਵਿੱਚ ਅੰਬਰੇਲਾ ਆਰਗੇਨਾਈਜੇਸ਼ਨ ਯੂਪੀਏ ਸੀ, ਬਹੁਤ ਸਾਰੀਆਂ ਪਾਰਟੀਆਂ ਸੀ, ਇਸੇ ਤਰ੍ਹਾਂ ਅੰਬਰੇਲਾ ਆਰਗੇਨਾਈਜੇਸ਼ਨ ਜਿਹੜੀ ਐਨਡੀਏ ਹੈਗੀ ਹੈ, ਤੇ ਇਹਦੇ ਚ ਬਹੁਤ ਸਾਰੀਆਂ ਪਾਰਟੀਆਂ ਕਈ ਵਾਰੀ ਸ਼ਾਮਲ ਹੋਈਆਂ, ਕਈ ਵਾਰੀ ਬਾਹਰ ਨਿਕਲੀਆਂ। ਸੋ ਇਹ ਅੰਬਰੇਲਾ ਆਰਗੇਨਾਈਜੇਸ਼ਨ ਦਾ ਇੱਕ ਗੱਠਜੋੜ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ। ਔਰ ਇਹ ਅਗਰ ਇਹ ਗੱਠਜੋੜ ਹੁੰਦਾ, ਵੈਸੇ ਤਾਂ ਸ਼ੋਰ ਹੀ ਹੈ ਕਿ ਹੋਏਗਾ ਗੱਠਜੋੜ, ਫਿਰ ਨੰਬਰ 2 ਪੋਜੀਸ਼ਨ ਜਿਹੜੀ ਹੈ ਉਹ ਇਸ ਗੱਠਜੋੜ ਦੀ ਆਉਂਦੀ ਹੈ, ਪੋਸੀਬਿਲਿਟੀ ਸਰਕਾਰ ਬਣਾਉਣ ਦੀ। ਜੀ ਜੀ, ਤਾਂ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਕਾਂਗਰਸ ਦੀ ਦੱਸਿਆ ਆਪਣੇ ਅਨੁਮਾਨ ਅਨੁਸਾਰ ਕਿ ਇਹਨਾਂ ਦੀ ਸਰਕਾਰ ਬਣੇ, ਦੂਸਰੇ ਪਾਸੇ ਜਿਹੜੀ ਹੈ ਆਮ ਆਦਮੀ ਪਾਰਟੀ ਆ, ਉਹ ਵੀ ਇਸ ਗੱਲ ਲਈ ਦਾਅਵਾ ਕਰ ਰਹੀ ਹੈ ਕਿ ਸਰਕਾਰ ਸਾਡੀ ਬਣੇਗੀ, ਸਾਡਾ ਬਹੁਮਤ ਆਏਗਾ। ਔਰ ਇਸ ਸੰਬੰਧ ਵਿੱਚ ਉਹਨਾਂ ਨੇ ਆਪਣੀਆਂ ਚਿੰਤਾਵਾਂ ਵੀ ਜ਼ਾਹਰ ਕਰਦਿਆਂ ਹੋਇਆਂ ਕਿਹਾ ਹੈ ਕਿ ਜਿੱਥੇ ਜਿੱਥੇ ਵੋਟਿੰਗ ਮਸ਼ੀਨਾਂ ਪਈਆਂ ਹੋਈਆਂ, ਈਵੀਐਮ ਪਈਆਂ, ਉੱਥੇ ਜਿਹੜੀ ਸਿਕਿਉਰਿਟੀ ਵਧਾਈ ਜਾਵੇ, ਸਾਡੇ ਵੀ ਵਲੰਟੀਅਰ ਨੂੰ ਉੱਥੇ ਜਾਣ ਦੀ ਆਗਿਆ ਦਿੱਤੀ ਜਾਵੇ। ਸੋ ਇਸ ਕਿਸਮ ਦੀ ਜਿਹੜੀ ਗੱਲ ਆ ਰਹੀ, ਉਹ ਚਿੰਤਾ ਜਿਹੜੀ ਦਿਖਾ ਰਿਹਾ ਉਹਨਾਂ ਦੀ ਸਥਿਤੀ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬਹੁਮਤ ਆ ਸਕਦਾ? ਇਹ ਬਹੁਤ ਹੀ ਅਜੀਬੋ-ਗਰੀਬ ਸਥਿਤੀ ਹੈ ਜੀ, ਬੜੀ ਹਾਸੋਹੀਣੀ ਸਥਿਤੀ ਹੈ। ਆਮ ਆਦਮੀ ਪਾਰਟੀ ਤਾਂ ਹਮੇਸ਼ਾ ਹੀ ਕਲੇਮ ਕਰਦੀ ਰਹੀ ਹੈ ਕਿ ਸਾਡੀ, ਤੁਸੀਂ ਦੇਖੋ 2017 ਚੋਂ ਕਲੇਮ ਕਰ ਰਹੇ ਸੀ ਕਿ 117 ਚੋਂ 110 ਸੀਟਾਂ, 100 ਸੀਟਾਂ ਸਾਨੂੰ ਆਣੀਆਂ, ਨਿਕਲੀਆਂ ਸਾਰੀਆਂ ਡੱਬੇ ਚੋਂ 20। ਜਦੋਂ ਕਿ ਉਦੋਂ ਬਹੁਤ ਵੱਡੀ ਵੇਵ ਸੀ, ਪੂਰਾ ਐਨਆਰਆਈ, ਪੂਰੀ ਦੁਨੀਆ ਦੇ ਜਿੱਥੇ ਲੱਖਾਂ ਲੋਕ ਰਹਿ ਰਹੇ ਨੇ, ਉਹ 50-60 ਲੱਖ ਲੋਕ ਜਿਹੜੇ ਨੇ, ਉਹਨਾਂ ਚੋਂ 90% ਲੋਕ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਸਨ, ਉੱਥੇ ਜਹਾਜ਼ ਭਰ ਜਾ ਰਹੇ ਸਨ। ਉਦੋਂ ਤੋਂ 20 ਸੀਟਾਂ ਨਿਕਲੀਆਂ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਉਹਨਾਂ ਕੋਲੇ ਕਿਹੜਾ ਐਸਾ ਫਾਰਮੂਲਾ ਹੈ ਜਿਹਦੇ ਨਾਲ, ਇੰਨੀ ਤਾਂ ਐਂਟੀ ਇਨਕੰਬੈਂਸੀ ਹੈ ਹੀ ਨਹੀਂ ਸੀ ਜਿੰਨੀ ਉਹ ਆਪਣਾ ਦਰਸਾ ਰਹੇ ਨੇ। ਜਾਂ ਉਹ ਦਿੱਲੀ ਮਾਡਲ, ਉਹ ਕਹਿ ਰਹੇ ਨੇ ਜੀ ਇੱਕ ਮੌਕਾ ਹਮੇ ਵੀ ਦਿਓ। ਬਈ ਇੱਕ ਮੌਕਾ ਕਹਿਣ ਨਾਲ ਜਿਹੜਾ ਹੈ ਸਿਰਫ ਵੋਟ ਨਹੀਂ ਪੈਣੀ, ਤੁਹਾਨੂੰ ਇਹ ਦੱਸਣਾ ਪੈਣਾ ਕਿ 20 ਹਲਕਿਆਂ ਦੇ ਵਿੱਚ ਜਿੱਥੇ ਤੁਹਾਡੇ ਐਮਐਲਏ ਸੀ, ਉਹਨਾਂ ਦਾ ਰਿਪੋਰਟ ਕਾਰਡ ਕੀ ਹੈ। ਦਿੱਲੀ ਮਾਡਲ ਤਾਂ ਠੀਕ ਹੈ, ਲੋਕਾਂ ਨੇ ਦੇਖੋ, ਲੋਕਾਂ ਨੂੰ ਤੁਸੀਂ ਬਹੁਤੀ ਦੇਰ ਲਾਰਾ ਲੱਪਾ ਲਾ ਕੇ ਉਹਨਾਂ ਨੂੰ ਵਰਗਲਾ ਨਹੀਂ ਸਕਦੇ। ਉਹਨਾਂ ਨੂੰ, ਤੁਹਾਨੂੰ ਦੇਖੋ, ਯੂ ਹੈਵ ਟੂ ਡਿਲੀਵਰ। ਉਹ ਡਿਲੀਵਰੀ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਵੱਲੋਂ 4.5 ਸਾਲ ਨਾ ਆਉਣਾ, ਆਮ ਆਦਮੀ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਨਾ ਘੱਟ ਹੋਣਾ, ਜਿਹਦੀ ਮੇਰੀ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ, ਸੀਨੀਅਰ ਲੀਡਰ ਨਾਲ ਗੱਲ ਹੁੰਦੀ ਰਹਿੰਦੀ ਹੈ। ਉਹਨਾਂ ਦਾ ਇੱਕੋ ਇੱਕ ਗਿਲਾ ਹੈਗਾ ਕਿ ਜੀ ਸਾਡਾ ਜਿਹੜਾ, ਸਾਡੀ ਉੱਪਰ ਸੁਣੀ ਨਹੀਂ ਜਾਂਦੀ ਹੈਗੀ, ਸਾਡੇ ਕੋਲੇ ਡਿਸੀਜਨ ਮੇਕਿੰਗ ਕੋਈ ਪਾਵਰ ਨਹੀਂ ਹੈਗੀ। ਸੋ ਜਿਹਦੇ ਬੰਦੇ ਕੋਲੇ, ਜਿਹੜੇ ਲੀਡਰ ਕੋਲੇ ਡਿਸੀਜਨ ਮੇਕਿੰਗ ਪਾਵਰ ਨਹੀਂ ਹੈਗੀ, ਦਿੱਲੀ ਤੋਂ ਫੈਸਲੇ ਹੁੰਦੇ ਨੇ, ਉਹ ਤੁਸੀਂ ਇਹ ਦੇਖੋ, ਭਾਵੇਂ ਕਿ ਕਾਂਗਰਸ 'ਚ ਵੀ ਹੁੰਦੇ ਨੇ ਇਦਾਂ, ਬੀਜੇਪੀ 'ਚ ਹੁੰਦੇ, ਪਰ ਫਿਰ ਵੀ ਉਹਨਾਂ 'ਚ ਇੱਕ ਇੰਟਰਨਲ ਡੈਮੋਕ੍ਰੇਸੀ ਦਾ ਗ੍ਰਾਫ ਜ਼ਿਆਦਾ ਹੈਗਾ, ਸਕੋਪ ਜ਼ਿਆਦਾ ਹੈਗਾ। ਸੋ ਉਹ ਕੰਮ ਕਿਸ ਤਰ੍ਹਾਂ ਕਰੇਗਾ ਫੀਲਡ ਦੇ ਵਿੱਚ? ਜੇ ਕੰਮ ਨਹੀਂ ਕਰੇਗਾ, ਕਾਡਰ ਕਿੱਦਾਂ ਖੜਾ ਹੋਏਗਾ? ਤੁਸੀਂ ਇਹ ਦੱਸੋ, ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹੜੀ ਆਪਣੀ ਲੀਡਰਸ਼ਿਪ, ਜਿਹੜੀ ਫਸਟ ਲੈਵਲ ਤੇ, ਸੈਕੰਡ ਲੈਵਲ ਤੇ, ਥਰਡ ਲੈਵਲ ਤੇ, ਕਿਹੜੀ ਲੀਡਰਸ਼ਿਪ ਜਿਹੜੀ ਤਿਆਰ ਕੀਤੀ ਹੈਗੀ ਹੈ ਜਿਸ ਦੇ ਸਾਰੇ ਉਹਨਾਂ ਨੂੰ ਵੋਟ ਪੈ ਜਾਏਗੀ? ਦੂਸਰੀ ਗੱਲ, ਸ਼ਹਿਰੀ ਵੋਟਰ ਦੀ ਆਪਾਂ ਗੱਲ ਕਰ ਲੈਂਦੇ ਹਾਂ। ਸ਼ਹਿਰੀ ਵੋਟਰ ਦਾ ਆਪਾਂ ਪੈਟਰਨ ਦੇਖਿਆ ਹੀ ਹੈ। ਉਹ ਆਮ ਤੌਰ ਤੇ 2-4%, ਜਿਹੜਾ 40% ਉਹਨਾਂ ਦੀ ਗਿਣਤੀ ਹੈਗੀ ਹੈ, ਉਹਨਾਂ ਚੋਂ 2-4-5% ਹੋ ਸਕਦਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਵੋਟ ਪਾਈ ਹੋਵੇ, ਪਰ ਬਾਕੀ ਸ਼ਹਿਰੀ ਵੋਟਰ ਹੈ ਉਹ ਟ੍ਰੈਡੀਸ਼ਨਲ ਪਾਰਟੀਆਂ ਦੇ ਨਾਲ ਹੀ ਜਾਂਦਾ ਹੈਗਾ। ਮਤਲਬ ਕਿ ਉਹਨਾਂ ਕੋਲੇ ਦੋ ਹੀ ਚੁਆਇਸਸ ਨੇ, ਜਾਂ ਕਾਂਗਰਸ ਜਾਂ ਬੀਜੇਪੀ। ਜੀ ਜੀ, ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ, ਐਨਡੀਏ 'ਚ ਜਿਹੜਾ ਅਕਾਲੀ ਦਲ ਦੇ ਸ਼ਾਮਲ ਹੋਣ ਦੀ ਪੋਸੀਬਿਲਿਟੀ ਹੈ, ਇਸ ਤਰ੍ਹਾਂ ਦੀਆਂ ਵੀ ਕੋਈ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹੈ ਵਰਿੰਦਰ ਜੀ, ਕਿ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਗੱਠਜੋੜ ਬਣ ਸਕਦਾ ਜੇ ਮੰਨ ਲਓ ਸੀਟਾਂ ਨਹੀਂ ਆਉਂਦੀਆਂ ਪੂਰੀਆਂ, ਕਿਸੇ ਨੂੰ ਬਹੁਮਤ ਨਹੀਂ ਮਿਲਦਾ, ਤਾਂ ਕੀ ਇਹ ਦੋਵੇਂ ਪਾਰਟੀਆਂ ਵੀ ਨੇੜੇ ਆ ਸਕਦੀਆਂ? ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੇਜਰੀਵਾਲ ਉਹਨਾਂ ਨੇ ਪਹਿਲਾਂ ਦਿੱਲੀ 'ਚ ਸਰਕਾਰ ਬਣਾਈ ਸੀ ਤਾਂ ਉਹ ਕਾਂਗਰਸ ਨਾਲ ਬਣਾਈ ਸੀ। ਜੀ ਜੀ, ਦੇਖੋ, ਦੁੱਧ ਦਾ ਜੜਿਆ ਜਿਹੜਾ ਹੁੰਦਾ ਨਾ, ਉਹ ਲੱਸੀ ਨੂੰ ਫੂਕਾ ਮਾਰ-ਮਾਰ ਪੀਂਦਾ, ਪੰਜਾਬੀ 'ਚ ਕਹੀਏ। ਉਹਨਾਂ ਨੇ ਕਾਂਗਰਸ ਨਾਲ ਬਣਾ ਕੇ ਦੇਖ ਲਈ, ਉਸ ਤੋਂ ਬਾਅਦ ਕਾਂਗਰਸ ਦੇ ਉੱਥੇ ਪੈਰ ਨਹੀਂ ਲੱਗੇ। ਇਹ ਦੁਬਾਰਾ ਪੋਸੀਬਿਲਿਟੀ ਨਹੀਂ ਹੈਗੀ, ਭਾਵੇਂ ਕਿ ਕਾਂਗਰਸ ਨੂੰ ਆਪੋਜੀਸ਼ਨ 'ਚ ਬੈਠਣਾ ਪੈ ਜਾਏ, ਜਿਹਦੀ ਪੋਸੀਬਿਲਿਟੀ ਹੈ ਨਹੀਂ ਵੈਸੇ ਤੇ, ਲੇਕਿਨ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਜਿਹੜਾ ਮੈਨੂੰ ਅੰਦਰੋਂ ਪਤਾ ਲੱਗਾ, ਉਹ ਨਹੀਂ ਕਰਨਗੇ ਕਿਸੇ ਵੀ ਹਾਲਾਤ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕਾਂਗਰਸ ਦਾ ਹੀ ਨੁਕਸਾਨ ਹੈ। ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਪੈਰ ਜਮਾਉਣ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੌਕਾ ਮਿਲ ਜਾਏਗਾ, ਅਤੇ ਇਹ ਕਾਂਗਰਸ ਲੀਡਰਸ਼ਿਪ ਕਦੇ ਵੀ ਨਹੀਂ ਚਾਹੇਗੀ, ਕਿਉਂਕਿ ਕਾਂਗਰਸ ਜਿਹੜੀ ਹੈ ਪਹਿਲਾਂ ਹੀ ਸੁੰਗੜ ਚੁੱਕੀ ਸੀਗੀ। ਜੇ ਉਹ ਪੰਜਾਬ ਦੇ ਵਿੱਚ ਵੀ ਅਜਿਹਾ ਐਕਸਪੈਰੀਮੈਂਟ ਕਰਦੀ ਹੈ ਤਾਂ
ਉਹ ਇਹ ਸਮਝ ਰਹੇ ਨੇ ਕਿ ਸ਼ਾਇਦ ਦਿੱਲੀ ਵਾਲਾ ਹਾਲ ਉਹਨਾਂ ਨਾਲ ਨਾ ਹੋਵੇ। ਇਸ ਲਈ ਮੈਨੂੰ ਇਹ ਪੋਸੀਬਿਲਿਟੀ ਨਹੀਂ ਲੱਗਦੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਗੱਠਜੋੜ ਹੋਏਗਾ ਜੀ। ਤੇ ਉਹਦੇ ਵਿੱਚ ਫਿਰ ਇਹ ਹੈ ਕਿ ਜੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰ ਰਹੇ ਹੋ, ਹੁਣ ਜਿਹੜੀ ਬਦਲਾਅ ਦੀ ਗੱਲ ਕਰਦੇ ਸੀ ਜਾਂ ਬਦਲਾਅ ਦੇ ਹੱਕ ਹੀ ਸੀ ਵੋਟਰ ਪੰਜਾਬ ਦੇ ਅੰਦਰ, ਇਹ ਆਮ ਆਦਮੀ ਪਾਰਟੀ ਜਾਂ ਸੰਯੁਕਤ ਸਮਾਜ ਮੋਰਚਾ ਸੀਗਾ, ਜਿਹੜੇ ਕਹਿੰਦੇ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਵੱਖਰਾ ਕਿਸਮ ਦਾ ਜਿਹੜਾ ਰਾਜ ਹੈ ਉਹ ਤੁਹਾਨੂੰ ਦਿਆਂਗੇ, ਵੱਖਰੇ ਢੰਗ ਨਾਲ ਗਵਰਨੈਂਸ ਦਿਆਂਗੇ। ਉਹ ਸਾਰਾ ਜੇ ਪਾਸੇ ਹੋ ਜਾਂਦਾ, ਜਿਸ ਤਰ੍ਹਾਂ ਤੁਹਾਡਾ ਇੱਕ ਅਨੁਮਾਨ ਹੈ ਜਾਂ ਤੁਹਾਡੀ ਜਿਹੜਾ ਸਮਝ ਹੈ ਤੁਹਾਡੇ ਅਨੁਸਾਰ ਕਿ ਕਾਂਗਰਸ ਦੀ ਸਰਕਾਰ ਬਣਦੀ, ਫਿਰ ਤਾਂ ਉਹ ਰਵਾਇਤੀ ਪਾਰਟੀਆਂ ਦੀ ਜਿੱਦਾਂ ਪਹਿਲਾਂ ਸਰਕਾਰ ਬਣਦੀ ਸੀ ਉੱਦਾਂ ਰਵਾਇਤੀ ਪਾਰਟੀਆਂ ਦੀ ਸਰਕਾਰ ਹੀ ਬਣੇਗੀ, ਚਾਹੇ ਉਹ ਕਾਂਗਰਸ ਦੀ ਬਣ ਜਾਏ ਚਾਹੇ ਜਿਹੜਾ NDA ਦੀ ਬਣ ਜਾਏ। ਜੰਡੂ ਸਾਹਿਬ, ਜੇ ਆਮ ਆਦਮੀ ਵੀ 1% ਮੰਨ ਲਈਏ, ਜੇ ਆਮ ਆਦਮੀ ਪਾਰਟੀ ਦੀ ਵੀ ਬਣ ਜਾਵੇ ਸਰਕਾਰ, ਇਹ ਸਲੋਗਨ ਕਹਿਣ ਨੂੰ ਤਾਂ ਬਹੁਤ ਚੰਗੇ ਲੱਗਦੇ ਆ ਬਦਲਾਅ ਵਾਲੇ, ਲੇਕਿਨ ਤੁਸੀਂ ਦੱਸੋ ਬਦਲਾਅ ਹੈਗਾ ਕਿੱਥੇ ਹੈ? ਆਮ ਆਦਮੀ ਪਾਰਟੀ ਨੇ ਉਹੀ ਕੰਮ ਕੀਤਾ ਜਿਹੜਾ ਕਾਂਗਰਸ ਕਰਦੀ ਸੀ। ਉਸੇ ਤਰ੍ਹਾਂ ਹੀ 65 ਉਹਨਾਂ ਦੇ ਕੈਂਡੀਡੇਟ ਜਿਹੜੇ ਨੇ, ਆਮ ਆਦਮੀ ਪਾਰਟੀ ਸੁਪਰੀਮੋ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕੇਜਰੀਵਾਲ ਜੀ, ਉਹ ਬਾਰ-ਬਾਰ ਕਹਿੰਦੇ ਰਹੇ ਜੀ ਅਸੀਂ ਤਾਂ ਜੀ ਰਿਕਸ਼ੇ ਵਾਲੇ ਨੂੰ ਟਿਕਟ ਦੇਵਾਂਗੇ, ਅਸੀਂ ਤਾਂ ਜੀ ਕਰਿਆਨੇ ਵਾਲੀ ਦੁਕਾਨ ਵਾਲੇ ਨੂੰ ਟਿਕਟ ਦੇਵਾਂਗੇ, ਅਸੀਂ ਤਾਂ ਜਿਹੜਾ ਫੀਲਡ 'ਚ ਵਰਕਰ ਕੰਮ ਕਰਦਾ ਉਹ ਆਟੋ ਵਾਲੇ ਨੂੰ ਟਿਕਟ ਦੇਵਾਂਗੇ, ਅਸੀਂ ਆਮ ਆਦਮੀ ਨੂੰ ਟਿਕਟ ਦੇਵਾਂਗੇ। ਤੁਸੀਂ ਮੈਨੂੰ ਇਹ ਦੱਸੋ ਵੀ ਆਮ ਆਦਮੀ ਨੂੰ ਟਿਕਟ ਮਿਲੀ ਕਿੱਥੇ ਹੈ? ਉਹਨਾਂ ਨੇ ਵੀ ਉਹੀ ਕੰਮ ਕੀਤਾ, ਹੌਲੀ ਹੌਲੀ ਉਹ ਵੀ ਉਸੇ ਢਰਰੇ ਤੇ ਆ ਗਏ, ਰਵਾਇਤੀ ਪਾਰਟੀਆਂ ਵਾਂਗੂ ਹੀ ਉਹਨਾਂ ਨੇ ਬਿਹੇਵ ਕੀਤਾ, ਭਾਵੇਂ ਕਿ ਉਹਨਾਂ ਨੇ ਗੱਲਾਂ ਜਿਹੜੀਆਂ ਉਹ ਗੈਰ ਰਵਾਇਤੀ ਕੀਤੀਆਂ। ਸੋ ਮੈਨੂੰ ਨਹੀਂ ਲੱਗ ਰਿਹਾ ਕਿ ਉਹ ਕੋਈ ਆਮ ਆਦਮੀ ਪਾਰਟੀ ਕੋਈ ਬਹੁਤ ਹਟ ਕੇ ਇੱਕ ਉਹਨਾਂ ਨੇ ਕੋਈ ਨਵਾਂ ਰੈਵੋਲੂਸ਼ਨਰੀ ਕੋਈ ਕੰਮ ਕੀਤਾ ਹੋਵੇ। ਦੂਸਰੀ ਗੱਲ, ਮੈਨੂੰ ਵੱਡੀ ਗੱਲ ਇਹ ਲੱਗਦੀ ਹੈ ਕਿ 20 ਹਲਕੇ ਤਾਂ ਆਪਾਂ ਉਹ ਕੱਢ ਦਈਏ ਜਿੱਥੇ ਆਮ ਆਦਮੀ ਪਾਰਟੀ ਦੇ, ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ, ਮੈਂ 20 ਚੋਂ 18 ਤਾਂ ਉਹ ਕੱਢ ਰਿਹਾ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ MLAs ਵੱਲੋਂ ਕੋਈ ਬਹੁਤ ਵੱਡੀ ਡਿਵੈਲਪਮੈਂਟ ਦੀ ਆਊਟਸਟੈਂਡਿੰਗ ਕੋਈ ਪਰਫਾਰਮੈਂਸ ਕੀਤੀ ਹੋਵੇ। ਜੇ ਤੁਹਾਨੂੰ ਯਾਦ ਹੈ ਤੁਸੀਂ ਦੱਸ ਦਿਓ, ਇਹ 20 ਹਲਕੇ ਜਿਹੜੇ ਸੀਗੇ ਉੱਥੇ ਵੋਟ ਕਿਸ ਤਰ੍ਹਾਂ ਪੈ ਜਾਏਗੀ ਮੈਨੂੰ ਦੱਸੋ? ਮੈਜੋਰਟੀ ਉੱਥੋਂ ਵੋਟ ਤਾਂ ਪੈ ਜਾਏਗੀ ਕੁਝ, ਲੇਕਿਨ ਉੱਥੇ ਮੈਜੋਰਟੀ ਇਹ ਕਿਸ ਤਰ੍ਹਾਂ ਲਿਜਾਣਗੇ, ਜਿੱਤ ਵੱਲ ਕਿਸ ਤਰ੍ਹਾਂ ਵਧਣਗੇ, ਮੈਨੂੰ ਸਮਝ ਅੱਜ ਤੱਕ ਨਹੀਂ ਆਈ ਬਈ ਉਸ ਬਾਰੇ ਨਾ ਕੋਈ ਮੀਡੀਆ ਕੁਐਸਚਨ ਕਰਦਾ, ਕਿਉਂਕਿ ਐਡਵਰਟਾਈਜ਼ਮੈਂਟ ਵੀ ਹੁਣ ਬਹੁਤ ਵੱਡੇ ਲੈਵਲ ਤੇ ਮਿਲਣੀ ਹੁੰਦੀ ਹੈ। ਇਹ ਵੀ ਇੱਕ ਕਾਰਨ ਹੋ ਸਕਦਾ, ਕੋਈ ਹੋਰ ਵੀ ਕਾਰਨ ਹੋ ਸਕਦਾ, ਪਰ ਇਹਨਾਂ ਗੱਲਾਂ ਤੇ ਸਵਾਲ ਨਹੀਂ ਉਠਾਏ ਗਏ ਜਦੋਂ ਕਿ ਵੋਟਰ ਨੂੰ ਇਹ ਗੱਲਾਂ ਯਾਦ ਹੈ। ਦੇਖੋ, ਜਿਨ੍ਹਾਂ ਨੇ ਹੰਡਾਇਆ, ਜਿਨ੍ਹਾਂ ਦੇ ਹਲਕੇ ਦੇ ਵਿੱਚ ਸਪੋਜ਼ ਕਰੋ ਕਿ ਆਮ ਆਦਮੀ ਪਾਰਟੀ ਦਾ MLA ਸੀ, ਇੱਕਾ ਦੁੱਕਾ ਨੂੰ ਛੱਡ ਕੇ ਬਾਕੀਆਂ ਦੇ ਹਲਕਿਆਂ 'ਚ ਕੋਈ ਬਹੁਤੇ ਕੰਮ ਜਿਹੜੇ ਨੇ ਉਹ ਨਹੀਂ ਹੋਏ, ਉਹ ਵੋਟਰਸ ਨੂੰ ਇਹ ਸਾਰਾ ਪਤਾ ਹੀ ਹੈ। ਵੋਟਰ ਨੂੰ ਤੁਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਕਿ ਦਾ ਵਰਲਡ ਇਜ਼ ਵਨ ਆਪਾਂ ਕਹਿੰਦੇ ਆ, ਸਾਰਾ ਵਿਸ਼ਵ ਇੱਕ ਦੂਜੇ ਨਾਲ ਜੁੜਿਆ, ਹਰ ਇੱਕ ਬੰਦੇ ਦੇ ਵਿੱਚ, ਕੈਨੇਡਾ 'ਚ ਭਾਵੇਂ ਮੋਬਾਈਲ ਹੋਵੇ ਨਾ ਹੋਵੇ ਕਿਸੇ ਕੋਲੇ, ਉੱਥੇ ਲੋਕਾਂ ਕੋਲੇ 2-2 3-3 ਮੋਬਾਈਲ ਹੈ ਇੰਡੀਆ ਦੇ ਵਿੱਚ। ਇਸ ਮਾਮਲੇ ਲਈ ਲੋਕਾਂ ਕੋਲੇ ਇਨਫੋਰਮੇਸ਼ਨ ਬਹੁਤ ਪਹੁੰਚਦੀ ਹੈ, ਔਰ ਇਨਫੋਰਮੇਸ਼ਨ ਪਹੁੰਚਣ ਨਾਲ ਲੋਕਾਂ ਨੂੰ ਪਤਾ ਹੈਗਾ ਕਿ ਅਸੀਂ ਆਪਣਾ ਵੋਟ ਦਾ ਸਾਡਾ ਮੁੱਲ ਕੀ ਹੈਗਾ। ਇਸ ਵਾਰੀ ਇਸ ਗੱਲ ਦੇ ਉੱਪਰ ਅਵੇਅਰਨੈਸ ਲੋਕਾਂ ਦੇ ਵਿੱਚ ਬਹੁਤ ਸੀ, ਬੜੀ ਚੰਗੀ ਖੁਸ਼ੀ ਦੀ ਗੱਲ ਹੈ, ਲੇਕਿਨ ਇਸ ਜਿਹੜਾ ਅਵੇਅਰਨੈਸ ਦਾ ਨੁਕਸਾਨ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੋਣਾ ਜੀ। ਨਹੀਂ, ਉਹਦੇ 'ਚ ਇੱਕ ਜਿਹੜਾ ਵਰਿੰਦਰ ਜੀ ਦੀਪ ਸਿੱਧੂ ਵਾਲਾ ਫਨੋਮਨਾ, ਦੇਖੋ ਅੱਗੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਦਾ ਰੁਝਾਨ ਉੱਥੇ ਬਣਿਆ ਨੌਜਵਾਨਾਂ ਦੇ ਵਿੱਚ, ਖਾਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ, ਜਿਹੜਾ ਜਿੰਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਹੋਣੀ ਕਰਦੇ ਆ, ਉਸ ਦੀ ਪਹਿਲਾਂ ਚਰਚਾ ਨਹੀਂ ਸੀ ਆਉਂਦੀ, ਪਰ ਉਸ ਤੋਂ ਬਾਅਦ ਆਪਣੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਦਾ ਰੁਝਾਨ ਉੱਥੇ ਦੇਖਣ ਨੂੰ ਮਿਲਿਆ, ਤਾਂ ਉਹ ਤਾਂ ਇਹ ਵੀ ਪੋਸੀਬਿਲਿਟੀਜ਼ ਉੱਥੇ ਹਲਕੇ 'ਚ ਜਾਂ ਉੱਥੇ ਪੰਜਾਬ ਦੇ ਵਿੱਚ ਚਰਚਾ ਹੈ ਕਿ ਇਹ ਜਿੱਤ ਵੀ ਸਕਦੇ ਆ ਤੇ ਉਹਨਾਂ ਨੂੰ ਕਈ ਸੀਟਾਂ ਤੇ ਇਸ ਦਾ ਫਾਇਦਾ ਵੀ ਹੋ ਸਕਦਾ। ਤੁਸੀਂ ਇਸ ਵਰਤਾਰੇ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੀਪ ਸਿੱਧੂ ਦਾ ਜਿਹੜਾ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਦੀਪ ਸਿੱਧੂ ਨੌਜਵਾਨ ਜਿਹੜੀ ਜਿੰਦ ਹੈ ਉਹ ਚਲੇਗੀ ਸਾਡੇ ਵਿੱਚੋਂ, ਰੂਹ ਉਹਨਾਂ ਦੀ ਇੱਥੋਂ ਜਿਹੜੀ ਸਾਨੂੰ ਵਿਛੋੜਾ ਦੇਗੀ, ਇਹ ਤਾਂ ਬਹੁਤ ਹੀ ਦੁੱਖ ਵਾਲੀ ਗੱਲ ਹੈ। ਲੇਕਿਨ ਉਹਨਾਂ ਨੇ ਇੱਕ ਜਿਹੜੀ ਪਹਿਲਾਂ ਸੋਚ ਕਿਸੇ ਵੇਲੇ ਸਰਦਾਰ ਕਪੂਰ ਸਿੰਘ ਵੇਲੇ ਹੁੰਦੀ ਸੀਗੀ ਗੱਲ, ਜਾਂ ਉਸ ਤੋਂ ਬਾਅਦ 80s ਦੇ ਵਿੱਚ ਗੱਲ ਹੋਈ, ਇਹ ਗੱਲ ਚੱਕੀ ਗਈ, ਵੱਧ ਅਧਿਕਾਰਾਂ ਦੀ ਗੱਲ ਚੱਕੀ ਗਈ, ਉਹਨਾਂ ਨੇ ਉਹ ਸਾਰੀ ਗੱਲਾਂ ਕੀਤੀਆਂ ਜਿਹੜੀਆਂ ਕਿ ਸਿਮਰਨਜੀਤ ਸਿੰਘ ਮਾਨ ਹੁਣੀ ਵੀ ਕਰਦੇ ਰਹੇ। ਪਰ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਕਈ ਵਾਰੀ ਟਾਈਮ ਸਮਾਂ ਵੀ ਤੁਹਾਡਾ ਸਾਥ ਨਹੀਂ ਦਿੱਤਾ, ਉਹ ਉਹਨਾਂ ਦਾ ਸਮਾਂ ਨਹੀਂ ਸਾਥ ਦਿੱਤਾ। ਉਹਨਾਂ ਨੂੰ ਸ਼ਾਇਦ ਬੰਦੇ ਆਪਣੇ ਨਾਲ ਮਤਲਬ ਲੀਡਰ ਤਾਂ ਉਹ ਚੰਗੇ ਨੇ, ਲੇਕਿਨ ਕਈ ਵਾਰੀ ਇਹ ਹੁੰਦਾ ਤੁਹਾਡੇ ਕੋਲ ਆਰਗੇਨਾਈਜੇਸ਼ਨਲ ਸਕਿੱਲ ਦੀ ਕੋਈ ਘਾਟ ਹੁੰਦੀ ਹੈ, ਕਈ ਵਾਰੀ ਤੁਹਾਡੇ ਕੋਲ ਟੀਮ ਸਪਿਰਿਟ ਦੀ। ਹੁਣ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੈ, ਉਹਦੇ 'ਚ ਐਜ਼ ਏ ਪਰਸਨ ਤਾਂ ਕੋਈ ਪ੍ਰੋਬਲਮ ਨਹੀਂ, ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਉਹ ਟੀਮ ਪਲੇਅਰ ਨਹੀਂ ਹੈਗੇ।
ਇਸੇ ਤਰ੍ਹਾਂ ਮਾਨ ਸਾਹਿਬ ਬਾਰੇ ਪ੍ਰੋਬਲਮ ਸੀਗੀ, ਲੇਕਿਨ ਉੱਥੇ ਮਾਨ ਸਾਹਿਬ 100% ਜਿਹੜੀ ਮਾਨ ਸਾਹਿਬ ਦੀ ਜਿੱਤ ਸ਼ੋਰ ਹੈ, ਉਹਦੇ ਵਿੱਚ ਇੱਕ ਦੀਪ ਸਿੱਧੂ ਦਾ ਵੀ ਕੰਟਰੀਬਿਊਸ਼ਨ ਹੈਗਾ। ਲੇਕਿਨ ਉਹਦੇ ਨਾਲ ਆਸ-ਪਾਸ ਜਿੱਥੇ ਵੀ ਕਿਤੇ ਹੈ, ਉਹ ਨੁਕਸਾਨ ਕਿਹਨੂੰ ਹੋਣਾ? ਨੁਕਸਾਨ ਉਹਦਾ ਰਵਾਇਤੀ ਪਾਰਟੀਆਂ ਨੂੰ। ਜੇ ਕਿਤੇ ਬਾਕੀ ਜਗ੍ਹਾ ਜਿੱਤ ਤਾਂ ਨਹੀਂ ਕਿਤੇ ਪੋਸੀਬਿਲਿਟੀ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਮਾਨ ਜਿਹੜਾ ਹੈਗਾ ਅੰਮ੍ਰਿਤਸਰ ਹੈਗਾ, ਇਹਦੀ ਹੋਰ ਕਿਤੇ ਹੋਰ ਕਿਸੇ ਸੀਟ ਦੇ ਉੱਪਰ ਮੈਨੂੰ ਕੋਈ ਜਿੱਤ ਦੀ ਪੋਸੀਬਿਲਿਟੀ ਨਹੀਂ ਲੱਗਦੀ। ਹੋ ਸਕਦਾ ਕੋਈ ਐਸੀ ਸੀਟਾਂ ਵੋਟਾਂ ਜ਼ਿਆਦਾ ਮਿਲ ਸਕਦੀਆਂ ਪਹਿਲਾਂ ਨਾਲੋਂ। ਹਾਂਜੀ, ਵੋਟਾਂ ਮਿਲ ਸਕਦੀਆਂ। ਉਹਦਾ ਨੁਕਸਾਨ ਕਿਹਨੂੰ ਹੋਏਗਾ? ਆਮ ਆਦਮੀ ਪਾਰਟੀ ਨੂੰ ਹੋਏਗਾ, ਕਾਂਗਰਸ ਨੂੰ ਹੋਏਗਾ, ਬੀਜੇਪੀ ਨੂੰ ਹੋਏਗਾ, ਅਕਾਲੀ ਦਲ ਨੂੰ ਹੋਏਗਾ। ਨਹੀਂ, ਬਹੁਤੇ ਤਾਂ ਨੌਜਵਾਨ ਉਹ ਹੈ ਵਰਿੰਦਰ ਜੀ, ਜਿਹੜੀ ਰਿਪੋਰਟਾਂ ਆ ਰਹੀਆਂ ਕਿ ਜਿਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਤੁਰੇ ਹੋਏ ਸੀ, ਉਹ ਉੱਥੋਂ ਵੱਖ ਹੋ ਕੇ ਇੱਧਰ ਭੁਗਤੇ ਆ। ਹਾਂਜੀ ਹਾਂਜੀ, ਬੇਸਿਕਲੀ ਤਾਂ ਦੋ ਤਰ੍ਹਾਂ ਦੇ ਲੋਕ ਨੇ ਜੀ ਮਾਲਵਾ ਬੈਲਟ ਦੇ ਵਿੱਚ। ਆਪਾਂ ਦੇਖੀਏ, ਇੱਕ ਤਾਂ ਪੁਰਾਣੀ ਮਾਲਵਾ ਬੈਲਟ ਜਿਹੜੀ ਲੈਫਟਿਸਟ ਜਿੱਥੇ ਲੀਨਿੰਗ ਵਾਲੀ ਬੈਲਟ ਸੀਗੀ, ਇੱਕ ਉੱਥੇ ਥੋੜਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਰੈਡੀਕਲ ਲਫ਼ਜ਼ ਜ਼ਿਆਦਾ ਹੋ ਜਾਏਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਸੋਚ, ਕੋਈ ਨਵੇਂ ਸੰਘਰਸ਼ੀ ਲੋਕ ਕਹਿ ਸਕਦੇ ਆ, ਜੇ ਨਵੀਂ ਕੋਈ ਯੁੱਗ ਬਦਲਾਊ, ਯੁੱਗ ਪਲਟਾਊ ਲੋਕ ਜਿਹੜੇ ਸੋਚ ਵਾਲੇ, ਇਸ ਤਰ੍ਹਾਂ ਦੀ ਸੋਚ ਵਾਲੇ ਜਿਹੜੇ ਨੌਜਵਾਨ ਸਨ, ਉਹ ਜ਼ਰੂਰ ਦੀਪ ਸਿੱਧੂ ਦੀ ਸੋਚ ਤੋਂ ਜਿਹੜੇ ਪ੍ਰਭਾਵਿਤ ਸੀਗੇ। ਔਰ ਦੀਪ ਸਿੱਧੂ ਦੀ ਵੀ ਜਿਹੜੀ ਹੈ, ਉਹਨਾਂ ਦਾ ਵੀ ਕਿੱਥੋਂ ਆਇਆ ਸਾਰਾ ਜਿਹੜਾ ਉਹਨਾਂ ਨੇ, ਕਿਉਂਕਿ ਕਿਤਾਬਾਂ ਪੜ੍ਹੀਆਂ ਸਾਰੀਆਂ, ਬੈਕਗਰਾਊਂਡ ਸਿੱਖ ਹਿਸਟਰੀ ਪੜ੍ਹੀ, ਉਹਦੇ ਚ ਪੜ੍ਹਨ ਤੋਂ ਬਾਅਦ ਉਹਨਾਂ ਨੇ ਸੋ ਕਿੱਸਾ ਕੁੱਤਾ ਇਹ ਮੁੱਕਦਾ ਹੈਗਾ ਕਿ ਉਹ ਸੋਚ ਵਾਲੇ ਜਿਹੜੇ ਲੋਕ ਹੈ, ਉਹ ਅੱਗੇ ਫੇਰ ਆਏ ਪੰਜਾਬ ਦੇ ਵਿੱਚ, ਪਰ ਉਹਨਾਂ ਦੀ ਗਿਣਤੀ ਇੰਨੀ ਨਹੀਂ ਹੈ ਕਿ ਉਹਨਾਂ ਦਾ ਕੋਈ ਬਹੁਤ ਵੱਡਾ ਗਰੁੱਪ ਬਣ ਜਾਵੇ ਜਾਂ ਸਰਕਾਰ ਬਣ ਜਾਵੇ। ਹਾਂ, ਸਿਮਰਨਜੀਤ ਸਿੰਘ ਮਾਨ ਦੀ ਸੀਟ ਇੱਕ ਉਹਦੇ ਤੇ ਜਿੱਤ ਪੱਕੀ ਹੈ। ਤੇ ਇੱਕ ਜਿਸ ਤਰ੍ਹਾਂ ਤੁਸੀਂ ਹੁਣ ਸੀਟ ਦੀ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਵਾਲੀ ਸੀਟ, ਜਿਸ ਤਰ੍ਹਾਂ ਕਿ ਉਹਨਾਂ ਦੇ ਉੱਥੋਂ ਦੇ ਜਿਹੜੇ ਅੰਮ੍ਰਿਤਸਰ ਦੇ ਹੈਗੇ ਹੈ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਕਈ ਤਰ੍ਹਾਂ ਦੇ ਕੁਐਸਚਨ ਮਾਰਕ ਖੜੇ ਕੀਤੇ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸੀਟ ਜਿਹੜੀ ਅੰਮ੍ਰਿਤਸਰ ਪੂਰਬੀ ਆ, ਉੱਥੇ ਕਿੱਦਾਂ ਦਾ ਨਤੀਜਾ ਰਹਿ ਸਕਦਾ? ਦੇਖੋ, ਜਿਹੜੇ ਔਜਲਾ ਸਾਹਿਬ ਹੈ, ਉਹ ਬੜੇ ਸੂਝਵਾਨ ਪੋਲੀਟੀਸ਼ੀਅਨ ਹੈ, ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਉਹ ਲੋਕਲ ਲੈਵਲ ਤੇ ਪਤਾ। ਅਸੀਂ ਇਹ ਕਈ ਦਿਨ ਤੋਂ ਕਹਿ ਰਹੇ ਹਾਂ, ਗੱਲ ਤੁਹਾਡੇ ਯਾਦ ਹੋਵੇ, ਕਈ ਵਾਰੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਿਸ ਤਰ੍ਹਾਂ ਡਿਸਕਨੈਕਟ ਹੈਗਾ ਲੋਕਾਂ ਦੇ ਨਾਲ, ਉਹਦਾ ਉਹਨਾਂ ਨੂੰ ਡੈਫੀਨੇਟਲੀ ਨੁਕਸਾਨ ਹੋਏਗਾ। ਨਵਜੋਤ ਸਿੰਘ ਸਿੱਧੂ ਦੀ ਹਾਰ ਜਿਹੜੀ ਹੈ, ਮੈਂ ਇਹ ਕਹਿ ਸਕਦਾ ਕਿ ਉਹ ਹਾਰ ਸਕਦੇ ਨੇ ਆਪਣੀ ਸੀਟ। ਉਹਦਾ ਕਾਰਨ ਇਹ ਹੈ ਕਿ ਵਿੱਚੋਂ ਤਾਂ 2 ਸਾਲ ਉਹ ਗਾਇਬ ਰਹੇ। ਸ਼ਾਇਦ ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਮੈਡੀਟੇਸ਼ਨ ਕਰਦੇ ਹੋਣ ਜਾਂ ਕੋਈ ਆਪਣਾ ਹੋਰ ਕੰਮ ਕਰਦੇ ਹੋਣ, ਕੁਝ ਵੀ ਕਰਦੇ ਹੋਣ, ਲੇਕਿਨ ਲੋਕਾਂ ਨਾਲ ਉਹਨਾਂ ਦਾ ਡਾਇਰੈਕਟ ਕਨੈਕਸ਼ਨ ਨਹੀਂ ਰਿਹਾ। ਉੱਥੇ ਬੀਬੀ ਨਵਜੋਤ ਕੌਰ ਸਿੱਧੂ ਦਾ ਜਿਹੜਾ ਜ਼ਿਆਦਾ ਲੋਕਾਂ ਨਾਲ ਰਾਬਤਾ ਰਿਹਾ। ਸੋ ਇਸ ਲਈ ਉਹ ਸਮਝ ਲਓ ਕਿ ਬਾਏ ਪ੍ਰੋਕਸੀ ਉੱਥੇ ਉਹ ਕੰਮ ਚੱਲਦਾ ਰਿਹਾ। ਲੇਕਿਨ ਇਸ ਵਾਰੀ ਜਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਬਿਕਰਮ ਸਿੰਘ ਮਜੀਠੀਆ ਨੂੰ ਮਿਲਿਆ, ਉਹਦੇ ਤੋਂ ਇਹ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਉੱਥੋਂ ਜਿੱਤਣਗੇ। ਔਰ ਇਹ ਗੱਲ ਕਾਂਗਰਸ ਦੇ ਕਿਸੇ ਲੀਡਰ ਵੱਲੋਂ ਕਹਿਣੀ, ਇਹ ਸਾਡੀ ਹੀ ਗੱਲ ਨੂੰ ਪੁਖਤਾ ਕਰਦੀ ਹੈ, ਉਸ ਨੂੰ ਹੋਰ ਇਹ ਕਰਦੀ ਹੈ, ਐਂਡੋਰਸ ਕਰਦੀ ਹੈ ਕਿ ਬਈ ਨਵਜੋਤ ਸਿੰਘ ਸਿੱਧੂ ਦਾ ਜਿੱਤਣਾ ਉੱਥੋਂ ਮੁਸ਼ਕਲ ਹੈਗਾ। ਸੋ ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਰਹੇ ਹਾਂ, ਤੁਹਾਡੇ ਯਾਦ ਹੋਣਾ ਸ਼ਾਇਦ ਇਸ ਗੱਲ ਨੂੰ ਜੀ। ਵੈਸੇ ਵਰਿੰਦਰ ਜੀ, ਆਪਣੇ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ। ਮੇਰਾ ਆਖਰੀ ਸਵਾਲ ਹੈ, ਜਿਹਦੇ ਚ ਹੋਰ ਵੀ ਤੁਸੀਂ ਕੋਈ ਟਿੱਪਣੀ ਕਰਨੀ ਹੋਵੇ, ਸਾਰੀ ਉਹ ਓਵਰਆਲ ਜਿਹੜੀ ਸਿਚੁਏਸ਼ਨ ਆਉਂਦੇ ਤੇ, ਤਾਂ ਉਹ ਵੀ ਕਰ ਲੈਣਾ। ਤਾਂ ਪਰ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਨਵਜੋਤ ਸਿੰਘ ਸਿੱਧੂ ਵਾਲੀ ਸੀਟ ਦੀ ਗੱਲ ਕੀਤੀ ਹੈ, ਮਾਝੇ 'ਚ 25 ਸੀਟਾਂ ਤੇ ਪਿਛਲੀ ਵਾਰ ਕਾਂਗਰਸ ਨੂੰ ਉੱਥੋਂ ਲਗਭਗ 22 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ। ਤੇ ਇਸ ਵਾਰ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਕਾਂਗਰਸ ਆਪਣੀ ਪੋਜੀਸ਼ਨ ਬਚਾ ਪਾਏਗੀ ਕਿ ਇਹਨਾਂ ਨੂੰ ਨੁਕਸਾਨ ਹੋਏਗਾ ਉੱਥੇ? ਨਹੀਂ, ਕਾਂਗਰਸ ਦੇਖੋ ਇਸ ਵਾਰੀ ਬਿਕਰਮ ਸਿੰਘ ਮਜੀਠੀਆ ਦੇ ਆਉਣ ਤੋਂ ਬਾਅਦ ਥੋੜਾ ਜਿਹਾ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ, ਲੇਕਿਨ ਆਮ ਆਦਮੀ ਪਾਰਟੀ ਦਾ ਗੇਨ ਨਹੀਂ ਹੈਗਾ। ਸੋ ਓਵਰਆਲ ਮੈਂ ਤਾਂ ਜੇ ਓਵਰਆਲ ਦੇਖਾਂ, ਮੈਂ ਓਵਰਆਲ ਮੇਰਾ ਜਿਹੜੀ ਕੈਲਕੂਲੇਸ਼ਨ ਹੈ ਕਿ ਕਾਂਗਰਸ ਇਜ਼ ਗੋਇੰਗ ਟੂ ਫਾਰਮ ਦਾ ਗਵਰਨਮੈਂਟ ਬੇਸਿਕਲੀ ਨੰਬਰ 1। ਉਹਦੇ ਚ ਚਾਹੇ ਮਾਝਾ ਤੋਂ ਸੀਟਾਂ ਆਉਣ, ਚਾਹੇ ਦੁਆਬਾ ਤੋਂ ਆਉਣ, ਕਿਉਂਕਿ ਉਹਦਾ ਇੱਕ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਇੱਕ ਵੱਡੇ ਤਬਕੇ ਵੱਲੋਂ ਸਪੋਰਟ ਕਰਨਾ, ਐਨ ਮਾਸ ਕੰਸੋਲੀਡੇਸ਼ਨ ਆਫ ਵੋਟਸ ਦਾ ਹੋਣਾ ਇਸ ਵੱਲੋਂ। ਦੂਜੀ ਗੱਲ, ਇੱਕ ਬੜੀ ਮੇਰੀ ਮੈਂ ਹੁਣ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਕਿਉਂ ਕਹਿਣਾ, ਮੇਰੀ ਸਾਰੇ ਕਾਂਗਰਸ ਲੀਡਰ ਦੇ ਨਾਲ ਗੱਲ ਹੁੰਦੀ ਰਹਿੰਦੀ ਹੈ ਤਕਰੀਬਨ, ਉਹਨਾਂ ਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਿੱਧੂ ਸਾਹਿਬ ਜਿੱਤ ਰਹੇ ਨੇ। ਮੇਰੀ ਕੱਲ ਵੀ ਸਰ ਨਾਲ ਗੱਲ ਹੋਈ, ਪਰਸੋਂ ਵੀ ਗੱਲ ਹੋਈ। ਸੋ ਔਜਲਾ ਸਾਹਿਬ ਨੇ ਤਾਂ ਇਹ ਗੱਲ ਓਪਨਲੀ ਕਹਿ ਦਿੱਤੀ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਨੁਕਸਾਨ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਉਹ ਲੋਕਾਂ ਤੋਂ ਕਥਿਤ ਤੌਰ ਤੇ ਦੂਰ ਰਹੇ। ਸੋ ਦੂਸਰੀ ਗੱਲ,
ਇੱਕ ਪਹਿਲੇ ਪ੍ਰਧਾਨ ਹੋਣਗੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ, ਜਿਨ੍ਹਾਂ ਨੇ ਆਪਣੇ ਹਲਕੇ 'ਚ ਵੀ ਬਹੁਤ ਚੰਗੀ ਤਰ੍ਹਾਂ ਕੋਈ ਬਹੁਤ ਖੁੱਲ੍ਹ ਕੇ ਆਪਣੇ ਹੱਕ 'ਚ ਪ੍ਰਚਾਰ ਨਹੀਂ ਕੀਤਾ। ਔਰ ਉਸ ਦੇ ਨਾਲ ਹੀ ਉਹਨਾਂ ਨੂੰ ਜਿੱਥੇ ਚਾਹੀਦਾ ਇਹ ਸੀਗਾ, ਪਹਿਲਾਂ ਮੈਂ ਦੇਖਿਆ ਕਿ ਲੋਕ PPCC ਪ੍ਰੈਜ਼ੀਡੈਂਟ 117 ਦੇ 117 ਹਲਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਸੀਗੇ, ਪਰ ਇਸ ਵਾਰੀ ਮੇਰੀ ਕੱਲ ਵੀ ਕਿਸੇ ਬਹੁਤ ਹੀ ਸੀਨੀਅਰ ਕਾਂਗਰਸ ਲੀਡਰ ਨਾਲ ਗੱਲ ਹੋ ਰਹੀ ਸੀ, ਬਹੁਤ ਸੀਨੀਅਰ ਕਾਂਗਰਸ ਲੀਡਰ, ਤੇ ਉਹਨਾਂ ਨਾਲ ਉਹ ਕਹਿੰਦੇ ਜੀ ਉਹ ਕਿਤੇ ਗਏ ਨਹੀਂ ਹੈਗੇ ਕਿਸੇ ਹਲਕੇ ਦੇ ਵਿੱਚ ਪ੍ਰਚਾਰ ਕਰਨ ਲਈ। ਹੁਣ ਤੁਸੀਂ PPCC ਪ੍ਰੈਜ਼ੀਡੈਂਟ ਹੋਵੋ, ਤੁਸੀਂ ਕਿਤੇ ਜਾਓ ਨਾ, ਇਹਦਾ ਅਰਥ ਕੀ ਨਿਕਲਦਾ? ਨਹੀਂ, ਇੱਕ ਕਹਿੰਦੇ ਨਾਲ ਹੀ ਜੁੜਵਾਂ ਸਵਾਲ ਹੈਗਾ। ਟਾਈਮ ਤਾਂ ਆਪਣਾ ਸਮਾਪਤ ਹੋ ਰਿਹਾ, ਬਹੁਤ ਥੋੜਾ ਟਾਈਮ ਹੈ, ਤੁਸੀਂ ਵੀ ਸੰਖੇਪ 'ਚ ਦੱਸਿਓ ਕਿ ਜਿਸ ਤਰ੍ਹਾਂ ਹੁਣ ਪਾਰਟੀ ਨੇ ਕੁਝ ਆਗੂ ਜਿਹੜੇ ਪਾਰਟੀ ਦੇ ਵਿਰੋਧੀ ਕੰਮ ਕਰ ਰਹੇ ਸੀ ਜਾਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਪਾਰਟੀ ਦੇ ਵਿਰੁੱਧ ਖੜੇ ਸੀ, ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਇਹ ਕਹਿਣਾ, ਜਿਸ ਤਰ੍ਹਾਂ ਕਿ ਰਿਪੋਰਟ ਹੋਇਆ ਇਹ ਅਖਬਾਰਾਂ ਦੇ ਵਿੱਚ, ਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਤਾ ਹੀ ਨਹੀਂ ਹੈ, ਮੈਂ ਪੰਜਾਬ ਦਾ ਪ੍ਰਧਾਨ ਹਾਂ ਤੇ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਿਸੇ ਨੂੰ ਕੱਢਿਆ ਗਿਆ ਪਾਰਟੀ, ਇਸ ਕਰਕੇ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਨਹੀਂ, ਉਹ ਦੇਖੋ, ਇਹਦਾ ਮਤਲਬ ਉਹਨਾਂ ਦਾ ਪਾਰਟੀ ਹਾਈ ਕਮਾਂਡ ਜਿਹੜਾ ਉਹਨਾਂ ਨਾਲ ਕੋਆਰਡੀਨੇਸ਼ਨ ਨਹੀਂ ਰਹੀ। ਇਹਦਾ ਮਤਲਬ ਜਾਂ ਤਾਂ ਨਵਜੋਤ ਸਿੰਘ ਸਿੱਧੂ ਕਿਨਾਰੇ ਹੋ ਰਹੇ ਨੇ, ਆਪਣੇ ਆਪ ਕੌਨਸ਼ੀਅਸਲੀ ਕਿਨਾਰੇ ਹੋ ਰਹੇ ਨੇ ਪਾਰਟੀ ਤੋਂ, ਜਾਂ ਪਾਰਟੀ ਉਹਨਾਂ ਨੂੰ ਕਿਨਾਰੇ ਤੇ ਕਰ ਰਹੀ ਹੈ। ਇਹਦਾ ਮਤਲਬ ਦੋ ਹੀ ਨਿਕਲਦੇ ਆ, ਜਿਹਦੀ ਅਸੀਂ ਪ੍ਰੈਡਿਕਸ਼ਨ ਬਹੁਤ ਪਹਿਲਾਂ ਤੋਂ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹਨਾਂ ਦਾ ਰੋਲ ਸੀ, ਉਹ ਤਕਰੀਬਨ ਰੋਲ ਉਹਨਾਂ ਦਾ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਉਹ ਰੋਲ ਉਹਨਾਂ ਦਾ ਘਟਣਾ ਹੀ ਸੀਗਾ, ਵਧਣਾ ਨਹੀਂ ਸੀਗਾ। ਅਸੀਂ ਇਹ ਵੀ ਕਹਿੰਦੇ ਆ ਰਹੇ ਹਾਂ ਪਹਿਲੇ ਦਿਨ ਤੋਂ, ਐਸੇ ਮੀਡੀਆ ਦੇ ਉੱਪਰ ਤੇ ਬਾਕੀ ਮੀਡੀਆ ਦੇ ਉੱਪਰ ਵੀ ਮੈਂ ਕਹਿੰਦਾ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ CM ਫੇਸ ਉਹਨਾਂ ਨੇ ਨਹੀਂ ਬਣਾਉਣਾ, ਔਰ ਉਹਨਾਂ ਨੇ ਨਹੀਂ ਬਣਾਇਆ। ਸੋ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈਗੀ ਕਿ ਦੇਰ ਇਜ਼ ਅਗੇਨ ਡਿਸਕਨੈਕਟ। ਹੋ ਸਕਦਾ ਨਵਜੋਤ ਸਿੰਘ ਸਿੱਧੂ, ਜਿਸ ਤਰ੍ਹਾਂ ਡਾਕਟਰ ਨਵਜੋਤ ਸਿੰਘ ਜਿਹੜੇ ਮੈਡਮ ਨਵਜੋਤ ਕੌਰ ਸਿੱਧੂ ਹੈ, ਉਹ ਤਾਂ ਖੁੱਲੇ ਤੌਰ ਤੇ ਕਹਿ ਚੁੱਕਿਆ ਕਿ ਅਸੀਂ ਆਪਣਾ ਕੰਮ ਹੈ, ਵਾਪਸ ਆਪਣੇ ਡਾਕਟਰੀ ਦੇ ਪੇਸ਼ੇ ਚਲੀ ਜਾਵਾਂਗੀ, ਅਸੀਂ ਆਪਣਾ ਕੰਮ ਕਰ ਲਾਂਗੇ ਜੇ ਸਾਨੂੰ CM ਫੇਸ ਨਾ ਬਣਾਇਆ। ਸੋ ਗੱਲ ਉਸੇ ਪਾਸੇ ਜਾ ਰਹੀ ਹੈ ਜਿਹੜੀ ਅਸੀਂ ਪਹਿਲਾਂ ਗੱਲਾਂ ਕਰ ਚੁੱਕੇ ਹਾਂ। ਅਸੀਂ ਇਸ ਬਾਰੇ ਆਲਰੇਡੀ ਪ੍ਰੈਡਿਕਟ ਕਰ ਚੁੱਕੇ ਹਾਂ ਪਹਿਲਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਦਾ ਹੁਣ, ਕਿਉਂਕਿ ਉਹਨਾਂ ਦਾ ਇੱਕੋ ਇੱਕ ਸੁਪਨਾ ਮੈਨੂੰ ਲੱਗ ਰਿਹਾ ਸੀ ਕਿ ਚੀਫ ਮਿਨਿਸਟਰ ਦਾ ਫੇਸ ਬਣਨਾ ਤੇ ਚੀਫ ਮਿਨਿਸਟਰ ਬਣਨਾ। ਉਹਨਾਂ ਨੂੰ ਲੱਗ ਰਿਹਾ ਕਿ ਜੇ ਉਹ ਨਹੀਂ ਹੋਇਆ ਤਾਂ ਉਹਨਾਂ ਦਾ ਜਿਹੜਾ ਬਾਕੀ ਕੰਮ ਹੈ ਉਹ ਅਰਥਹੀਨ ਹੈ। ਇਸੇ ਕਰਕੇ ਸ਼ਾਇਦ ਕਹਿ ਰਿਹਾ ਮੈਂ, ਇਸੇ ਕਰਕੇ ਉਹ ਬਾਕੀ ਕੰਸਟੀਟੂਐਂਸੀ ਦੇ ਵਿੱਚ, ਜਿਸ ਤਰ੍ਹਾਂ ਕਿ ਹੁਣ ਤੱਕ ਕਦੇ ਇਹ ਨਹੀਂ ਹੋਇਆ ਕਿ ਕੋਈ ਪ੍ਰਧਾਨ ਕਾਂਗਰਸ ਦਾ ਨਾ ਗਿਆ ਹੋਵੇ ਬਾਕੀ ਕੰਸਟੀਟੂਐਂਸੀ ਦੇ ਵਿੱਚ, ਉਹ ਸ਼ਾਇਦ ਇਸੇ ਕਰਕੇ ਨਾ ਆਪਣੀ ਕੰਸਟੀਟੂਐਂਸੀ 'ਚ ਬਹੁਤਾ ਗਏ, ਨਾ ਦੂਜੀਆਂ ਕੰਸਟੀਟੂਐਂਸੀ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ। ਸੋ ਇਹ ਇੱਕ ਗੱਲ ਬੜਾ ਸੰਕੇਤ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹਦਾ ਫੈਸਲਾ ਕੋਈ ਬਹੁਤਾ ਦੂਰ ਨਹੀਂ ਹੈਗਾ। 10 ਮਾਰਚ ਤੋਂ ਤੁਸੀਂ ਸਮਝ ਲਓ ਮਹੀਨੇ ਕੁ ਦੇ ਵਿੱਚ ਇੱਕ ਗੱਲ ਹੋ ਜਾਣੀ ਹੈ, ਜਾਂ ਨਵਜੋਤ ਸਿੰਘ ਸਿੱਧੂ ਇਸੇ ਤਰ੍ਹਾਂ ਸਾਈਡਲਾਈਨ ਹੋ ਕੇ ਕੰਮ ਕਰਦੇ ਰਹਿਣਗੇ, ਜਾਂ ਉਹ ਪਾਰਟੀ ਤੋਂ ਕੁਝ ਅਲੱਗ ਕੋਈ ਨਵੀਂ ਗੱਲ, ਨਵੀਂ ਸੋਚ, ਕੋਈ ਨਵਾਂ ਕਦਮ ਪੁੱਟਣਗੇ। ਜੀ, ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਵੀ ਦੋਸਤ ਤੇ ਦਰਸ਼ਕ ਸਾਡੇ ਇਸ ਸ਼ੋਅ ਨਾਲ, ਇਸ ਪ੍ਰੋਗਰਾਮ ਨਾਲ ਜੁੜੇ, ਦੇਖਿਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਵਰਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਔਰ ਦਰਸ਼ਕਾਂ ਨੂੰ ਇਹ ਜਿਹੜੀ ਪੰਜਾਬ ਦੀ ਤਾਜ਼ਾ ਜਿਹੜੀ ਜਾਣਕਾਰੀ ਹੈ ਔਰ ਰਾਜਸੀ ਜਿਹੜੀਆਂ ਘਟਨਾਵਾਂ ਜਿਸ ਢੰਗ ਨਾਲ ਵਾਪਰੀਆਂ ਉਸ ਦੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਵਰਿੰਦਰ ਜੀ। ਬਹੁਤ ਸ਼ੁਕਰੀਆ ਜੀ। ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਡਰ ਲੱਗਣ ਲੱਗ ਪਿਆ, ਹੁਣ ਸਿਰਫ ਇਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਗੱਲ ਆਪਣੀ ਵਿੱਚ ਰਹਿ ਗਈ, ਕਿ ਜਿਹਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਮਸ਼ੀਨਾਂ ਦੇ ਵਿੱਚ, ਹੁਣ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ 9 ਤਰੀਕ ਨੂੰ ਇਹ ਕਹਿਣਾ ਸ਼ੁਰੂ ਕਰ ਦੇਗੀ ਕਿ ਮਸ਼ੀਨਾਂ ਦੇ ਵਿੱਚ ਕੋਈ ਨਾ ਕੋਈ ਖਰਾਬੀ ਆਏਗੀ ਜੀ, ਮਸ਼ੀਨਾਂ ਦਾ ਹੋ ਜਾਏਗਾ, ਮਸ਼ੀਨਾਂ ਦੀ ਸਿਕਿਉਰਿਟੀ ਨਹੀਂ ਸੀ। ਇਹ ਹੁਣ ਗਰਾਊਂਡ ਤਿਆਰ ਹੋਈ ਹੈ ਸਾਰੀ, ਕਿਉਂਕਿ ਆਮ ਆਦਮੀ ਪਾਰਟੀ ਇਜ਼ ਨਾਟ ਗੋਇੰਗ ਟੂ ਫਾਰਮ ਦਾ ਗਵਰਨਮੈਂਟ। ਇਹ ਸਾਰੀ ਉਦੋਂ ਦੀ ਤਿਆਰ ਹੋ ਰਹੀ ਹੈ। ਇੱਕ ਮੈਂ ਹੋਰ ਪ੍ਰੈਡਿਕਸ਼ਨ ਇੱਥੇ ਕਰਨਾ ਚਾਹੁੰਦਾ ਕਿ 9 ਜਾਂ 10 ਤਰੀਕ ਨੂੰ ਬਹੁਤ ਸਾਰੇ ਕਾਂਗਰਸ ਲੀਡਰ, ਜਿਹੜੇ ਸੀਨੀਅਰ ਕਾਂਗਰਸ ਲੀਡਰ, ਉਹ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਲੀਡਰਸ਼ਿਪ ਦੇ ਉੱਪਰ ਕੁਐਸਚਨ ਮਾਰਕ ਜਿਹੜਾ ਹੈ ਖੜਾ ਕਰਨਾ ਸ਼ੁਰੂ ਕਰ ਦੇਣਗੇ। ਜੀ, ਧੰਨਵਾਦ ਵਰਿੰਦਰ ਜੀ, ਬਹੁਤ ਸ਼ੁਕਰੀਆ।